पंकज बंदन पंकज सिमरो अंगद दुख निकंदन गुरु अमरदास हृदय नित ध्यान हृदय नित श्री गुरु रामदास गुण गुरु अर्जन विघ्नन के नाशक विघ्नन श्री हरि गोविंद सुमत श्री हरि राय नमो कर जोरी नमो श्री हरि कृष्ण मनाओ गुरु तेग बहादुर परम कृपाल परम श्री गुरु गोबिंद सिंह बेसा तरो तरा पर पुन पुन सीसा पुन पुन सीसा बंदों बार बार एक ओंकारा सतगुरु ते प्रसाद सच वाहिगुरु जी की फतेह है वाहिगुरु जी की फतेह है दोहरा संगत सब निश्चय करे गुर की शरणी आए यहाँ भुगत आगे मुक्त मार्ग बाद बताए। वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। कल आपां सरवण कीता जदों धन धन श्री गुरु गोबिंद सिंह महाराज जी ने कथा कीर्तन पाठ करन दा महात्म दसिया और नाल दसिया कि जिहड़ा सिख प्यार दे नाल इस बाणी नूं पढ़ेगा शुद्ध अते प्यार नाल दूसरा सरवण करेगा उन्हां दा लोक सुखिया ते परलोक सुहेला होवेगा। इत्थे सुख होवेगा दरगाह विच मुक्त होवेगी। अगे एक होर साखी चलदी है एक सिख दे नाल जो जुड़ी हुई है जो ओंकार नाम की बाणी पढ़ रहा सी पर उस दे कोलों एक बार पढ़ते पढ़ते ऐसी गलती हुई जिस गलती नूं लैके सतगुरां ने सानू फिर ज्ञान दिता उपदेश बख्शिश किया। आओ ये विचार आरंभ करके आपां सरवण करते हैं। उस तो पहला गुरु का बख्शिया फतेह का नारा करो बुलंद गुरु चरणों में लवाओ हाजरियां गज के आखो जी वाहिगुरू जी का खालसा वाहिगुरू जी की फतेह। दोहरा संगत सब निश्चय करे गुर की शरणी आए एहा भुगत आगे मुक्त मार्ग बद बताए। ताद सिखो संगत सब निश्चय तरह लोहे ते लकीर है। ये कोई इस बाणी नूं प्यार नाल पढ़ेगा ते ध्यान नाल सुनेगा उन्हां दा लोक सुखिया अते परलोक सुहेला हो जाएगा परमेश्वर दा मार्ग लभ जाएगा। सिद्ध इम कह भे मोण सिखण सुनियो महात्म श्रोण। इस तरह
ਜਦੋਂ ਦਇਆ ਦੇ ਸਿੰਧ, ਦਇਆ ਦੇ ਸਾਗਰ ਸਤਿਗੁਰੂ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ, ਕਥਾ, ਕੀਰਤਨ ਆਦਿ ਦਾ ਅਲੱਗ-ਅਲੱਗ ਮਹਾਤਮ ਦੱਸਿਆ ਨਾ, ਤੇ ਸੰਗਤਾਂ ਸੁਣ ਕੇ ਬਹੁਤ ਖੁਸ਼ ਹੋਈਆਂ। ਫਿਰ ਸਤਿਗੁਰੂ ਜੀ ਚੁੱਪ ਕਰ ਗਏ ਹਨ। ਭਏ ਆਨੰਦ ਦੇਵ ਮੁਖ ਇੰਦ, ਬੰਧਨ ਕਰਹਿ ਚਰਨ ਅਰਬਿੰਦ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੰਦ ਭਾਵ ਪੂਰਨਮਾਸ਼ੀ ਦੇ ਚੰਦਰਮਾ ਵਰਗਾ ਸੁੰਦਰ ਸਰੂਪ ਦੇਖ ਕਰਕੇ ਸਾਰੀ ਸੰਗਤ ਬੜੀ ਖੁਸ਼ ਹੋਈ ਹੈ। ਏਕ ਦਿਵਸ ਸੁਭ ਸੁਰਪਤ ਜੈਸੇ, ਸਹਿਜ ਸੁਭਾਏ ਸਤਿਗੁਰੂ ਬੈਸੇ। ਉਸ ਤੋਂ ਬਾਅਦ ਇੱਕ ਦਿਨ ਦੀ ਹੋਰ ਗੱਲ ਹੈ। ਜਿਵੇਂ ਮਾਨੋ ਦੇਵ ਲੋਕ ਤੇ ਦੇਵਤਿਆਂ ਦਾ ਮੁਖੀ ਵਿੱਚ ਬੈਠਾ ਹੋਵੇ। ਸਿੱਖ ਸੰਗਤਾਂ ਦੇਵਤੇ ਹਨ ਔਰ ਗੁਰੂ ਸਾਡੇ ਜਿਹੜੇ ਹਨ ਮੁਖੀ ਹਨ। ਸਤਿਗੁਰੂ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਲਿਖਦੇ ਆ ਨਾ, ਕਹੋ ਕਬੀਰ ਅਬ ਕਹੀਐ ਕਾਹੇ, ਸਾਧ ਸੰਗਤ ਬੈਕੁੰਠੈ ਆਹੇ। ਸੰਗਤ ਹੀ ਤਾਂ ਬੈਕੁੰਠ ਹੈ ਔਰ ਦਰਬਾਰ ਵਿੱਚ ਬੈਠਣ ਵਾਲੀ ਸੰਗਤ ਦੇਵਤਿਆਂ ਦਾ ਰੂਪ ਹੋ ਜਾਂਦੀ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹਨ ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਕੋਲ ਬਿਰਾਜਮਾਨ ਹਨ। ਪਾਠ ਕਰੈ ਸਿਖ ਓੰਕਾਰਾ, ਬਿਪਰੈ ਅਰਥ ਆ ਜਾਣ ਉਚਾਰਾ। ਔਰ ਉਸ ਵੇਲੇ ਇੱਕ ਸਿੱਖ ਓੰਕਾਰ ਬਾਣੀ ਦਾ ਪਾਠ ਕਰ ਰਿਹਾ ਸੀਗਾ। ਸਤਿਗੁਰੂ ਪਾਤਸ਼ਾਹ ਜੀ ਵੀ ਕੰਨ ਵਿੱਚ ਪੈ ਰਹੇ ਸੀ ਉਸ ਦੀ ਉਚਾਰੀ ਬਾਣੀ। ਪਰ ਜਿਸ ਵੇਲੇ ਉਹਨੇ ਉਚਾਰਨ ਕੀਤਾ ਤੇ ਇਸ ਢੰਗ ਨਾਲ ਕੀਤਾ ਕਿ ਉਹ ਸ਼ਬਦ ਦਾ ਅਰਥ ਉਲਟ ਗਿਆ। ਜੇ ਦਿਨ ਬਣਦਾ ਸੀ ਤੇ ਉਹਦੇ ਉਚਾਰਨ ਦੇ ਢੰਗ ਨਾਲ ਉਹ ਰਾਤ ਬਣ ਗਿਆ। ਐਸਾ ਸ਼ਬਦ ਦਾ ਉਚਾਰਨ ਉਸਨੇ ਜਦ ਕੀਤਾ ਤੇ ਪ੍ਰੀਤਮ ਦੇ ਕੰਨੀ ਪਿਆ ਜੀ। ਸੁਣ ਸੋ ਜਾਣ ਗੁਰਬਾਕ ਅਲਾਏ, ਇਸ ਕੇ ਹੱਥ ਹੋ ਲਸ ਟਿਕਾ ਜਾਏ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੂਜੇ ਸਿੱਖ ਨੂੰ ਕਹਿੰਦੇ, ਤੂੰ ਜਾ ਇਹਦੇ ਇੱਕ ਡੰਡਾ ਮਾਰ ਕੇ ਆ। ਦ੍ਰਿੜ ਗਹਿ ਕਾਰ ਤਾੜੋ ਲੈ ਜਾਵੋ, ਹਮ ਤੇ ਦੂਰ ਜਾਏ ਬੈਠਾਵੋ। ਔਰ ਇਹਨੂੰ ਇੱਥੋਂ ਫੜ ਕੇ ਪਰੇ ਬਿਠਾ ਕੇ ਆ। ਤਬ ਸਿੱਖ ਤਾਏ ਲਸ਼ਟਕਾ ਹੱਥ ਕਰ, ਤਰਜਤ ਦੂਰ ਬਿਠਾਇਓ ਦ੍ਰਿੜ ਧਾਰ। ਔਰ ਸਿੱਖ ਨੇ ਜਾ ਕੇ ਪਾਤਸ਼ਾਹ ਦਾ ਹੁਕਮ ਮੰਨਦਿਆਂ ਇੱਕ ਡੰਡਾ ਮਾਰਿਆ ਤੇ ਫਿਰ ਉਹਨੂੰ ਬਾਹੋਂ ਫੜ ਕੇ ਸਤਿਗੁਰਾਂ ਤੋਂ ਦੂਰ ਲਿਜਾ ਕੇ ਬਿਠਾ ਦਿੱਤਾ, ਜਿੱਥੇ ਉਹਦੀ ਆਵਾਜ਼ ਕੰਨ ਵਿੱਚ ਨਾ ਪਵੇ। ਸੰਗਤ ਏਮ ਬਿਲੋਕ ਬਿਸਮਾਈ, ਕਹਾਂ ਕਰੀ ਗੁਰ ਲਖੀ ਨਾ ਜਾਈ। ਪਾਤਸ਼ਾਹ ਦਾ ਬਚਨ ਹੈ, ਗੁਰ ਕੀ ਨਿੰਦਾ ਸੁਣੇ ਨਾ ਕਾਣ। ਜਦੋਂ ਵੀ ਕੋਈ ਗੁਰੂ ਦੇ ਐਂਟੀ ਗੱਲ ਹੋ ਰਹੀ ਹੈ ਜਾਂ ਤਾਂ ਉਸ ਦਾ ਸੁਧਾਰ ਕਰੋ ਤੇ ਜਾਂ ਉਹਨੂੰ ਸੁਣੋ ਨਾ। ਹੁਣ ਸਤਿਗੁਰਾਂ ਦੇ ਕੰਨ ਵਿੱਚ ਜਦੋਂ ਸਿੱਖ ਦਾ ਉਚਾਰਿਆ ਸ਼ਬਦ ਪਿਆ ਤੇ ਸਤਿਗੁਰਾਂ ਨੂੰ ਉਹ ਚੰਗਾ ਨਹੀਂ ਲੱਗਿਆ। ਕਹਿੰਦੇ ਇਹਨੂੰ ਮੈਥੋਂ ਦੂਰ ਬਿਠਾ ਕੇ ਆ। ਸੰਗਤ ਨੇ ਵੀ ਉਹ ਸਾਰਾ ਕੌਤਕ ਦੇਖਿਆ ਔਰ ਸੰਗਤ ਹੈਰਾਨ ਹੋ ਗਈ ਵੀ ਇਹ ਕੀ ਕਾਰਨ ਹੈ, ਗੁਰੂ ਸਾਹਿਬ ਨੇ ਇਹਦੇ ਡੰਡਾ ਕਿਉਂ ਮਰਵਾਇਆ ਔਰ ਇਹਨੂੰ ਦੂਰ ਕਿਉਂ ਕੀਤਾ ਹੈ ਜੀ। ਮੇਲ ਸਿੱਖਣ ਅਰਦਾਸ ਬਖਾਨੀ, ਸਾਚੇ ਪਾਤਸ਼ਾਹੋ ਗੁਣ ਖਾਨੀ। ਔਰ ਸਿੱਖ ਸੰਗਤਾਂ ਜਿਹੜੀਆਂ ਸਤਿਗੁਰਾਂ ਦੇ ਕੋਲ ਬੈਠੀਆਂ ਉਹਨਾਂ ਨੇ ਬੇਨਤੀ ਕੀਤੀ, ਪਾਤਸ਼ਾਹ ਗੁਣਾਂ ਦੀ ਖਾਨ ਸਤਿਗੁਰੂ। ਇਹ ਸਿੱਖ ਰਾਵਰ ਕਹਿਓ ਮਰਵਾਇਓ, ਬਾਣੀ ਪੜਨ ਵਿਖੇ ਮਨ ਲਾਇਓ। ਔਰ ਸੰਗਤ ਨੇ ਪੁੱਛਿਆ, ਮਹਾਰਾਜ ਬੱਚਾ ਬਾਣੀ ਪੜ੍ਹ ਰਿਹਾ ਸੀ, ਇਹ ਸਿੱਖ ਬੈਠਾ ਤੇ ਤੁਸੀਂ ਇਸ ਦੇ ਡੰਡਾ ਕਿਉਂ ਮਰਵਾਇਆ ਹੈ, ਸਾਨੂੰ ਇਹਦੇ ਬਾਰੇ ਦੱਸਣਾ ਕਰੋ ਜੀ। ਕਹਿਓ ਇਹ ਜਗ ਗੁਰ ਗੁਣ ਖਾਨੀ, ਇੱਕ ਤੁਕ ਭੀਜੋ ਪੜਾ ਗੁਰਬਾਣੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਸਿੱਖੋ ਜੇ ਕੋਈ ਸਿੱਖ ਗੁਰਬਾਣੀ ਦੀ ਇੱਕ ਤੁਕ ਵੀ ਪੜ੍ਹ ਲਵੇ, ਜਗ ਤੇ ਤਿਸ ਕੋ ਹੋਏ ਉਧਾਰ, ਇਹ ਸਿੱਖ ਪੜ੍ਹ ਤੋ ਓੰਕਾਰ। ਔਰ ਉਸ ਦਾ ਸੰਸਾਰ ਤੋਂ ਉਧਾਰ ਹੋ ਸਕਦਾ ਹੈ। ਔਰ ਇਹ ਸਿੱਖ ਤਾਂ ਓੰਕਾਰ ਦੀ ਬਾਣੀ ਪੜ੍ਹ ਰਿਹਾ ਹੈ। ਇਸ ਪਰ ਮਾਰ ਲਾਠੀਆਂ ਖਾਈ,
ਤੋ ਉਧਾਰ ਹੋਏ ਕਿਮ ਬਣ ਆਈ। ਹੁਣ ਤੁਸੀਂ ਆਪ ਹੀ ਸੋਚੋ ਵੀ ਇੱਥੇ ਬੈਠਾ ਬਾਣੀ ਪੜ੍ਹਦਾ ਤੇ ਉਹਦੇ ਡੰਡੇ ਪਏ, ਜੇ ਇੱਥੇ ਬਾਣੀ ਪੜ੍ਹਦੇ ਆ ਡੰਡੇ ਪੈਂਦੇ ਆ ਤੇ ਫਿਰ ਗਾਹਾਂ ਮੁਕਤੀ ਕਿਵੇਂ ਹੋ ਸਕਦੀ ਆ? ਸੰਗਤਾਂ ਕਹਿੰਦੀਆਂ ਇਹੀ ਤਾਂ ਪੁੱਛ ਰਹੇ ਆ ਕਿ ਬਾਣੀ ਪੜ੍ਹਦੇ ਦੇ ਡੰਡਾ ਕਿਉਂ ਮਾਰਿਆ ਗਿਆ, ਦੱਸਣਾ ਕਰੋ। ਤੇਰੇ ਮੁਖ ਤੇ ਮੁਸਕਾਏ ਬਖਾਨੀ, ਅਰਬ ਖੋਜ ਇਨ ਪਠੀ ਨਾ ਬਾਨੀ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖੋ ਇਹ ਬਾਣੀ ਪੜ੍ਹਦਾ ਹੋਇਆ ਸ਼ਬਦਾਂ ਦੇ ਅਰਥਾਂ ਨੂੰ ਨਹੀਂ ਸਮਝ ਰਿਹਾ। ਜੇ ਅਰਥਾਂ ਦਾ ਪਤਾ ਹੋਵੇ ਤੇ ਉਚਾਰਨ ਮਨੁੱਖ ਦਾ ਸਹੀ ਹੋ ਜਾਂਦਾ। ਇਹ ਉਚਾਰਨ ਕਰਦਾ ਹੋਇਆ ਬਾਣੀ ਦੇ ਅਰਥਾਂ ਨੂੰ ਸਮਝਣ ਤੋਂ ਬਗੈਰ ਹੀ ਬਾਣੀ ਪੜ੍ਹੀ ਜਾਂਦਾ ਹੈ। ਆਨੋ ਅਬੈ ਹਜੂਰ ਹੰਕਾਰੋ, ਸੁਣੋ ਸਰਬ ਤੁਮ ਜਥਾ ਉਚਾਰੋ। ਲਓ ਤੁਹਾਨੂੰ ਸੁਣਾ ਕੇ ਦਿਖਾਉਣੇ ਆ ਕੀ ਗਾ ਰਿਹਾ ਉਹ। ਜਾਂ ਸਿੱਖਾ ਉਹਨੂੰ ਬੁਲਾ ਕੇ ਲਿਆ ਮੇਰੇ ਕੋਲ। ਸੁਣ ਕਰ ਲਿਆਏ ਬਿਠਾਏ ਵਤੀਰ, ਸਿੱਖਾ ਪੜੀਐ ਕਹਿਓ ਗਹੀਰ। ਔਰ ਦੂਜਾ ਸਿੱਖ ਫਿਰ ਗਿਆ ਉਸ ਸਿੱਖ ਦੇ ਕੋਲ, ਕਹਿੰਦੇ ਚੱਲ ਇਹ ਪੋਥੀ ਲੈ ਕੇ ਗੁਰੂ ਸਾਹਿਬ ਦੇ ਕੋਲ ਚੱਲ। ਉੱਥੇ ਬੈਠ ਕੇ ਪਾਤਸ਼ਾਹ ਨੂੰ ਬਾਣੀ ਸੁਣਾ। ਹੁਣ ਤਬ ਸਿੱਖ ਨੇ ਤੁਕ ਤੇਰਾ ਉਚਾਰੀ, ਵਿਪਰੈ ਅਰਥ ਸੁਜਾ ਸਮਝਾਰੀ। ਤੋ ਸਿੱਖ ਨੇ ਕੋਲ ਬੈਠ ਕੇ ਪਾਤਸ਼ਾਹ ਕਹਿੰਦੇ ਉੱਥੋਂ ਹੀ ਪੜ੍ਹ ਜਿੱਥੋਂ ਪਹਿਲਾਂ ਪੜ੍ਹ ਰਿਹਾ ਸੀਗਾ। ਜਦ ਇਹ ਸਿੱਖ ਨੇ ਉੱਥੋਂ ਹੀ ਫੇਰ ਪੜ੍ਹੀ, ਸੰਗਤਾਂ ਨੇ ਵੀ ਸੁਣੀ, ਸਤਿਗੁਰ ਨੇ ਵੀ ਸੁਣੀ, ਔਰ ਉਹਦੇ ਉਚਾਰਨ ਕਰਨ ਦੇ ਨਾਲ ਬਾਣੀ ਦਾ ਅਰਥ ਅਨਅਰਥ ਹੋ ਰਿਹਾ ਸੀ। ਸੁਣ ਸ਼੍ਰੀ ਮੁਖ ਤੇ ਤਾਹੇ ਬਖਾਨੀ, ਇਮ ਤੁਮ ਪੜ੍ਹੋ ਅਰਥੇ ਹੋ ਜਾਨੀ। ਤੇ ਉਸਨੇ ਜਦ ਇਹ ਸ਼ਬਦ ਉਚਾਰਿਆ, ਕਿਵੇਂ ਉਚਾਰਿਆ? ਤੁਕ ਸੀਗੀ ਕਰਤੇ ਕੀਮਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਹੁਣ ਉੱਥੇ ਦੋ ਦਲਾਵਾਂ ਲੱਗੀਆਂ, ਇਹ ਇੱਕ ਨੂੰ ਖਾਈ ਗਿਆ। ਇੱਕ ਬੋਲੀ ਹੈ, ਕੈ ਨਹੀਂ ਬੋਲੀ, ਕੇ ਬੋਲੀ ਹੈ। ਪਾਤਸ਼ਾਹ ਜੀ ਨੇ ਉਹਦੇ ਕੋਲੋਂ 2-3 ਵਾਰੀ ਉਚਾਰਨ ਕਰਵਾਈ ਸੰਗਤ ਵਿੱਚ। ਸੰਗਤ ਨੇ ਵੀ ਸੁਣਿਆ, ਬਾਰ-ਬਾਰ ਉਚਾਰਨ ਕਰ ਰਿਹਾ, ਕਰਤੇ ਕੀਮਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਪ੍ਰੀਤਮ ਨੇ ਫਿਰ ਕਿਹਾ ਦੁਬਾਰੇ ਗਾਓ। ਕਹਿੰਦਾ ਜੀ ਕਰਤੇ ਕੀਮਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਕਹਿੰਦੇ ਫਿਰ ਗੌਰ ਨਾਲ ਵੇਖ ਕੇ ਗਾ। ਫਿਰ ਕਹਿੰਦਾ ਜੀ ਕਰਤੇ ਕੀਮਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਪਾਤਸ਼ਾਹ ਕਹਿੰਦੇ ਸਿੱਖੋ ਸੁਣ ਲਿਆ। ਹੁਣ ਜੋ ਇਹ ਬਾਣੀ ਪੰਕਤੀ ਗਾ ਰਿਹਾ ਹੈ ਤੇ ਇਹਦੇ ਅਰਥ ਬਣਦੇ ਹਨ। ਪਰਮੇਸ਼ਰ ਦੀ ਜਿਹੜੀ ਕੀਮਤ ਹੈ ਉਹਨੂੰ ਪਰਮੇਸ਼ਰ ਜਾਣਦਾ ਹੈ। ਗੁਰੂ ਜਾਂ ਸੂਰਮਾ, ਗੁਰੂ ਸੂਰਮਾ ਕੀ ਜਾਣਦਾ? ਪਾਤਸ਼ਾਹ ਜੀ ਕਹਿੰਦੇ ਸਿੱਖਾ ਜਿਵੇਂ ਤੂੰ ਗਾ ਰਿਹਾ ਹੈ, ਕਰਤੇ ਕੀ ਦੀਰਘ ਵਡਿਆਈ, ਕਰਤਾ ਹੀ ਜਾਣੈ ਤਿਸ ਤਾਈ। ਔਰ ਪਰਮੇਸ਼ਰ ਆਪਣੀ ਵਡਿਆਈ ਨੂੰ ਆਪ ਹੀ ਜਾਣਦਾ ਹੈ। ਜੇ ਗੁਰਸੂਰਾ ਹੋਏ ਸੁਚੇਤ, ਭੀਸੋ ਜਾਣਤ ਹੈ ਸਭ ਹੇਤ। ਔਰ ਅਸਲ ਵਿੱਚ ਇਹਦਾ ਅਰਥ ਇਹ ਬਣਦਾ ਹੈ ਜਿਹੜਾ ਸਤਿਗੁਰ ਲਿਖਦੇ ਹਨ ਕਿ ਪਰਮੇਸ਼ਰ ਆਪਣੀ ਵਡਿਆਈ ਨੂੰ ਆਪ ਜਾਣਦਾ ਹੈ, ਤੇ ਜਾਂ ਜਿਹੜਾ ਹੈ ਆਪਣੇ ਗੁਰੂ ਜਿਹੜੇ ਹਨ ਉਹਨਾਂ ਦੇ ਰੂਪ ਉਹ ਵੀ ਜਾਣਨਾ ਕਰਦੇ ਹਨ। ਅਪਰ ਜੀਉ ਸੰਸਾਰੀ ਜੇਤੇ, ਸੁਣ ਸੁਣ ਜਾਣਤ ਹੈ ਸਭ ਤੇਤੇ। ਇਸ ਤਰ੍ਹਾਂ ਜਿਹੜੇ ਹੋਰ ਸੰਸਾਰੀ ਜੀਵ ਹਨ ਉਹਨਾਂ ਨੂੰ ਸੁਣ ਸੁਣ ਕੇ ਸਮਝ ਆ ਜਾਂਦੀ ਹੈ, ਅਤੇ ਗੁਰੂ ਆਪ ਦੀ ਵਡਿਆਈ ਨੂੰ ਪਰਮੇਸ਼ਰ ਆਪਣੀ ਵਡਿਆਈ ਨੂੰ ਆਪ ਜਾਣਦਾ, ਜਾਂ ਗੁਰੂ ਸੂਰਮਾ ਵੀ ਜਾਣਦਾ ਹੈ। ਜੇ ਸਤਿਗੁਰ ਨੇ ਲਖੈ ਵਡਾਈ, ਤੋ ਅੰਧੇਰ ਪਰਤ ਸਮੁਦਾਈ। ਪਾਤਸ਼ਾਹ ਕਹਿੰਦੇ ਫਿਰ ਸਾਡੇ ਆਉਣ ਦਾ ਕੀ ਫਾਇਦਾ? ਜੇ ਗੁਰੂ ਪਰਮੇਸ਼ਰ ਦੀ ਵਡਿਆਈ ਨੂੰ ਜਾਣਦਾ ਨਹੀਂ, ਫਿਰ ਸਾਨੂੰ ਦੱਸੋ ਕੌਣ? ਫਿਰ ਤਾਂ ਦੁਨੀਆ 'ਚ ਹਨੇਰਾ ਹੀ ਪੈ ਗਿਆ ਨਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਾ ਰੇ ਮਨ ਮੇਰੇ। ਗੁਰੂ ਦੀ ਕਿੰਨੀ ਲੋੜ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਫਿਰ ਸਾਡੇ ਆਉਣ ਦਾ ਫਾਇਦਾ ਕੀ? ਜੇ ਤੂੰ ਹੈਦਾ ਪੜ੍ਹਨਾ ਹੈ, ਕਰਤੇ ਕੀਮਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਪਰਮੇਸ਼ਰ ਆਪਣੀ ਵਡਿਆਈ ਨੂੰ ਆਪ ਜਾਣਦਾ ਹੈ, ਗੁਰੂ ਜਾਂ ਸੂਰਮਾ ਕੀ ਜਾਣਦਾ? ਫਿਰ ਤਾਂ ਸਾਡੇ ਆਉਣ ਦਾ ਕੋਈ ਫਾਇਦਾ ਹੀ ਨਹੀਂਗਾ।
ਪਰ ਲਿਖਿਆ ਹੈ ਕਿ ਪਰਮੇਸ਼ਰ ਆਪਣੀ ਵਡਿਆਈ ਨੂੰ ਆਪ ਜਾਣਦਾ ਹੈ ਜਾਂ ਗੁਰੂ ਸੂਰਮਾ ਵੀ ਜਾਣਦਾ ਹੈ। ਇਸ ਸਿੱਖ ਲਾਗ ਕਰਾਰ ਕੀ ਏਕ ਪੜਨ ਕਰੀਬਣ ਸੁਮਤ ਵਿਵੇਕ। ਤੋ ਸਿੱਖੋ ਇਸ ਸਿੱਖ ਨੇ ਜੋ ਉਚਾਰਨ ਕੀਤਾ ਹੈ ਇੱਕ ਲਾਮ ਹੀ ਉਡਾ ਦਿੱਤੀ ਹੈ। ਕਰਤੇ ਕੀਮਤ ਕਰਤਾ ਜਾਣੈ ਕੱਕੇ ਦਲਾਈਆਂ ਕੈ ਜਾਣੈ ਗੁਰਸੂਰਾ ਜਾਂ ਗੁਰੂ ਜਾਣਦਾ ਜਾਂ ਆਪ ਜਾਣਦਾ, ਦੋ ਜਣੇ ਜਾਣਦੇ ਆ। ਪਰਮੇਸ਼ਰ ਸੂਖਮ ਹੈ ਤੇ ਗੁਰੂ ਅਸਥੂਲ ਹੈ। ਗੁਰੂ ਸਾਨੂੰ ਇੱਥੇ ਆ ਕੇ ਦੱਸਦਾ ਸਮਝਾਉਂਦਾ ਹੈ, ਇਸ ਕਰਕੇ ਗੁਰੂ ਸੂਰਮਾ ਜਾਣਨਾ ਕਰਦਾ ਹੈ। ਇਸ ਕਰਕੇ ਸਿੱਖੋ ਇਹ ਸਿੱਖ ਦੀ ਇਹ ਵੱਡੀ ਗਲਤੀ ਹੈ। ਵਿਪਰ ਅਰਥ ਪਠਿਓ ਪਹਿਚਾਨੈ ਕਰਤੇ ਕੀਮਤ ਕਰਤਾ ਜਾਣੈ। ਜਿਸ ਹਿਸਾਬ ਦੇ ਨਾਲ ਇਹਨੇ ਉਚਾਰਨ ਕੀਤਾ ਹੈ ਇਹਦੇ ਹਿਸਾਬ ਨਾਲ ਤਾਂ ਕਰਤਾ ਬਸ ਆਪ ਹੀ ਜਾਣਦਾ, ਹੋਰ ਕੋਈ ਵੀ ਉਹਨੂੰ ਨਹੀਂ ਜਾਣਦਾ ਜੀ। ਗੁਰ ਸੂਰਾ ਕਹਾਂ ਜਾਣੈ ਕੋਏ ਇਮ ਅਨਰਥ ਪੜ ਕੀਨੋ ਸੋਏ। ਗੁਰੂ ਸੂਰਮਾ ਕੀ ਜਾਣਦਾ ਹੈ? ਇਹਦੇ ਪੜਨ ਦੇ ਨਾਲ ਇਸ ਬਾਣੀ ਦਾ ਅਨਰਥ ਹੋ ਗਿਆ, ਅਰਥਾਂ ਦਾ ਅਨਰਥ ਹੋ ਗਿਆ। ਇਸ ਤਰ੍ਹਾਂ ਉਚਾਰਨ ਦੇ ਨਾਲ ਤੋ ਗੁਰ ਸਰਣੀ ਸਿੱਖ ਕਹਿਓ ਜਾਏ ਕਰਤੇ ਕੀਮਤ ਲਖ ਨਾ ਸਕਾਏ। ਫਿਰ ਤੁਸੀਂ ਮੇਰੇ ਕੋਲੇ ਕੀ ਲੈਣ ਆਓਗੇ ਜਦੋਂ ਮੈਂ ਤੁਹਾਨੂੰ ਪਰਮੇਸ਼ਰ ਬਾਰੇ ਦੱਸ ਹੀ ਨਹੀਂ ਸਕਦਾ। ਕੋ ਸਤਨਾਮ ਸੀ। ਜੇ ਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਮੇਰੇ ਆਉਣ ਦਾ ਕੀ ਫਾਇਦਾ? ਫਿਰ ਜੇ ਮੈਂ ਤੁਹਾਨੂੰ ਪਰਮੇਸ਼ਰ ਬਾਰੇ ਸਮਝਾ ਨਹੀਂ ਸਕਦਾ ਫਿਰ ਤੁਸੀਂ ਮੇਰੀ ਸ਼ਰਨ ਵਿੱਚ ਕਿਉਂ ਆਓਗੇ? ਸਿੱਖੋ ਸੁਣੋ ਸੀਖ ਇਹੋ ਮੇਰੀ ਬਾਣੀ ਪੜ੍ਹੋ ਸੁਧ ਗੁਰ ਕੇਰੀ। ਤਾਂ ਤੇ ਸਿੱਖੋ ਇਹ ਮੇਰਾ ਉਪਦੇਸ਼ ਹੈ ਕਿ ਬਾਣੀ ਨੂੰ ਥੋੜੀ ਗਾਓ, ਸ਼ੁੱਧ ਗਾਓ, ਥੋੜਾ ਗੌਰ ਨਾਲ ਪੜ੍ਹੀਏ। ਕਈ ਗਲਤੀਆਂ ਤਾਂ ਗੌਰ ਕਰਨ ਦੇ ਨਾਲ ਹੀ ਨਿਕਲ ਜਾਂਦੀਆਂ। ਕਈ ਗਲਤੀਆਂ ਸਾਡੇ ਕੋਲੋਂ ਅਗਿਆਨਤਾ ਵਸ ਹੁੰਦੀਆਂ, ਕਈ ਧਿਆਨ ਨਾਲ ਨਾ ਪੜ੍ਹਨ ਕਰਕੇ ਹੋ ਜਾਂਦੀਆਂ। ਥੋੜਾ ਧਿਆਨ ਦੇਣਾ ਸ਼ੁਰੂ ਕਰ ਦਿਓ ਤਾਂ ਸਾਨੂੰ ਅਖੀਰ ਜਿਹੜੀਆਂ ਲਗਾ ਮਾਤਰਾ ਇਹਨਾਂ ਦੇ ਉਚਾਰਨ ਦਾ ਤਾਂ ਪਤਾ ਹੀ ਹੈ ਨਾ। ਪਰ ਜਦੋਂ ਥੋੜੀ ਜਿਹੀ ਬਾਣੀ ਸਾਡੇ ਯਾਦ ਹੋ ਜਾਂਦੀ ਹੈ, ਚੇਤੇ ਹੋ ਜਾਂਦੀ ਹੈ, ਫਿਰ ਅਸੀਂ ਪੋਥੀ ਛੱਡ ਕੇ ਪੜ੍ਹਦੇ ਹਾਂ ਤਾਂ ਫਿਰ ਅਸੀਂ ਉਦੋਂ ਗਲਤੀਆਂ ਕਰਨ ਲੱਗ ਜਾਂਦੇ ਹਾਂ। ਫਿਰ ਉਹ ਗਲਤੀਆਂ ਪੱਕ ਜਾਂਦੀਆਂ, ਫਿਰ ਪੋਥੀ ਚੱਕ ਕੇ ਪੜ੍ਹੀਏ ਤਾਂ ਵੀ ਉਹ ਗਲਤੀਆਂ ਨਿਕਲਣੀਆਂ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਸਿੱਖੋ ਬਾਣੀ ਨੂੰ ਸ਼ੁੱਧ ਪੜ੍ਹੋ, ਇਹ ਗੁਰੂ ਦਾ ਰੂਪ ਹੈ। ਬੜਾ ਮਹਾਤਮ ਲੈ ਵਿਸਾਲ ਹਲਤ ਪਲਤ ਮੈਂ ਹੋਏ ਨਿਹਾਲ। ਔਰ ਜਿਹੜਾ ਸਿੱਖ ਇਸ ਬਾਣੀ ਨੂੰ ਗੌਰ ਨਾਲ ਪੜ੍ਹੇਗਾ ਉਹਦਾ ਲੋਕ ਤੇ ਪਰਲੋਕ ਦੋਨੇ ਸੁਖੀ ਹੋ ਜਾਵਣਗੇ ਜੀ। ਜੇ ਕੋ ਸੁਧ ਹੋਏ ਪੜਿਆ ਸੁਧ ਕਰ ਬਿਗੜੀ ਵਸਤ ਸੁਧਾਰੈ ਜਿਮ ਘਰ। ਔਰ ਜੇ ਅਸ਼ੁੱਧ ਹੋਵੇ ਤਾਂ ਉਸ ਨੂੰ ਸ਼ੁੱਧ ਕਰਕੇ ਪੜ੍ਹੋ। ਜਿਵੇਂ ਕੋਈ ਅਸੀਂ ਘਰ ਦੀ ਵਸਤੂ ਨੂੰ ਸੁਧਾਰ ਲੈਂਦੇ ਹਾਂ, ਭਾਵ ਜੇ ਸਾਡੇ ਉਚਾਰਨ ਵਿੱਚ ਕੁਸ਼ੁੱਧਤਾ ਆ ਰਹੀ ਹੈ ਉਹਨੂੰ ਸੁਧਾਰ ਕੇ ਪੜ੍ਹੋ ਆਪਣੀ ਜ਼ੁਬਾਨ ਨੂੰ। ਜਿਵੇਂ ਅਸੀਂ ਕਿਸੇ ਵਸਤੂ ਨੂੰ ਘਰੇ ਸੰਭਾਲ ਰੱਖਦੇ ਹਾਂ, ਇਉਂ ਬਾਣੀ ਨੂੰ ਵੀ ਸੁਧਾਰ ਕੇ ਉਚਾਰਨ ਕਰਿਆ ਕਰੋ ਜੀ। ਤਿਮ ਗੁਰ ਸ਼ਬਦ ਸੁਧਾਰੈ ਜੇ ਨਹੀਂ ਭਾਵਨਾ ਸੇ ਨਰ ਮਹਿ। ਉਸੇ ਤਰ੍ਹਾਂ ਜਿਹੜਾ ਸਿੱਖ ਸ਼ਬਦਾਂ ਨੂੰ ਸੁਧਾਰ ਕੇ ਨਹੀਂ ਪੜ੍ਹਦਾ ਉਸ ਦੀ ਭਾਵਨਾ ਸੇ ਨਰ ਮਹਿ। ਇਸ ਧਰਤੀ ਤੇ ਜਿਹੜੇ ਪੁਰਸ਼ ਸ਼ਰਧਾ ਵਾਲੇ ਨਹੀਂ ਹਨ ਉਹ ਬਾਣੀ ਨੂੰ ਸੁਧਾਰ ਕੇ ਨਹੀਂ ਪੜ੍ਹਦੇ, ਖਾਨਾ ਪੂਰਤੀ ਕਰਦੇ ਹੈ। ਬਾਣੀ ਦੀ ਸੰਥਿਆ ਲੈਣੀ ਚਾਹੀਦੀ ਆ। ਔਰ ਜੇ ਤੁਸੀਂ ਕਹਿ ਕਿ ਸਾਨੂੰ ਪੰਜਾਬੀ ਗੁਰਮੁਖੀ ਆਉਂਦੀ ਆ ਅਸੀਂ ਆਪ ਪੜ੍ਹਾਂਗੇ ਤੇ ਪੜ੍ਹ ਲਓ, ਪਰ ਗੌਰ ਨਾਲ ਪੜ੍ਹੋਗੇ ਤਾਂ ਤੁਹਾਨੂੰ ਲਗਾ ਮਾਤਰਾ ਦਾ ਪਤਾ ਹੀ ਆ ਤੇ ਉਹਦਾ ਸਹੀ ਉਚਾਰਨ ਕਰੋ। ਸਹੀ ਉਚਾਰਨ ਕਰੋਗੇ ਉਹਦੇ ਅਰਥ ਸਹੀ ਹੋਣਗੇ। ਜੇ ਤੁਹਾਡੇ ਸਪੀਕਰ 'ਚੋਂ ਆਵਾਜ਼ ਬਾਹਰ ਜਾ ਰਹੀ ਹੈ ਤੇ ਸੁਣਨ ਵਾਲੇ ਵੀ ਉਹਦੇ ਅਰਥ ਸਹੀ ਕੱਢ ਸਕਣਗੇ। ਜੇ ਅਸੀਂ ਅੰਦਰ ਬੈਠੇ ਹਾਂ ਗਲਤ ਪੜ੍ਹਿਆ, ਸਪੀਕਰ 'ਚੋਂ ਗਲਤ ਗਿਆ ਬਾਹਰ ਤੇ ਸੁਣਨ ਵਾਲੇ ਨੂੰ ਕੋਈ ਪਤਾ ਨਹੀਂ ਉੱਥੇ ਲਗਾ ਮਾਤਰਾ ਇੱਕ ਲੱਗੀਆਂ ਕਿ ਦੋ ਲੱਗੀਆਂ, ਉਹ ਇੱਕ ਦਾ ਅਰਥ ਉਹੀ ਕੱਢ ਲਊਗਾ ਵੀ ਗੁਰੂ ਨਹੀਂ ਜਾਣਦਾ। ਗੁਰੂ ਕੀ ਜਾਣਦਾ? ਰੱਬ ਹੀ ਜਾਣਦਾ ਇਕੱਲਾ। ਕੋ ਸਤਨਾਮ ਸ੍ਰੀ। ਤਾਂ ਕਈ ਵਾਰੀ ਬੀਬੀਆਂ ਸੁਖਮਨੀ ਸਾਹਿਬ ਦਾ ਜਥਾ ਜਿਹੜਾ ਉਹ ਸੁਖਮਨੀ ਸਾਹਿਬ ਦੇ ਪਾਠ ਕਰਦੇ ਆ, ਉਹ ਇੱਕ ਤੁਕ ਪੜ੍ਹਦੇ ਹਨ। ਉਹਦੇ ਨਾਲ ਵੀ ਕਈ ਵਾਰੀ ਇੱਕ ਸਪੀਕਰ ਦੀ ਆਵਾਜ਼ ਹੀ ਬੰਦ ਹੁੰਦੀ ਹੈ ਤੇ ਇੱਕ ਦੀ ਉੱਚੀ ਹੁੰਦੀ ਹੈ, ਇੱਕ ਦੀ ਨੀਵੀਂ ਹੁੰਦੀ ਹੈ।
ਉਹ ਵੀ ਵਿਘਨ ਪੈਂਦਾ ਹੈ। ਇਸ ਕਰਕੇ ਬੜਾ ਹੀ ਪਾਤਸ਼ਾਹ ਜੀ ਗੁਰਬਾਣੀ ਪੜ੍ਹਨ ਦੇ ਵਿਸ਼ੇ 'ਤੇ ਸਾਨੂੰ ਅਲਰਟ ਕਰਨਾ ਚਾਹੁੰਦੇ ਆ, ਸੁਚੇਤ ਕਰਨਾ ਚਾਹੁੰਦੇ ਆ। ਜੇ ਬੰਦਾ ਅਲਰਟ ਹੋਵੇ ਤਾਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ, ਜੇ ਅਲਰਟ ਨਾ ਹੋਵੇ ਤੇ ਜਪਜੀ ਪੜ੍ਹਦਾ ਪੜ੍ਹਦਾ ਰਹਿ ਰਸ ਵਿੱਚ ਚਲਿਆ ਜਾਂਦਾ ਕੋਈ ਸਤਨਾਮ। ਕਿਉਂਕਿ ਸੋਦਰ ਦੀ ਜਿਹੜੀ ਪੌੜੀ ਹੈ ਉਹ 3 ਵਾਰੀ ਗੁਰਬਾਣੀ ਵਿੱਚ ਆਈ ਹੈ। ਇੱਕ ਵਾਰੀ ਇਹਦਾ ਰਾਗ ਹੈ ਆਸਾ ਰਾਗ, ਉਹਦੇ ਵਿੱਚ ਇੱਕ ਵਾਰੀ ਇਹੀ ਪੌੜੀ ਜਪਜੀ ਸਾਹਿਬ 'ਚ ਲਿਖੀ ਹੈ ਤੇ ਇੱਕ ਵਾਰੀ ਰਹਿ ਰਸ ਵਿੱਚ। ਔਰ ਰਹਿ ਰਸ ਤੇ ਜਪਜੀ ਸਾਹਿਬ ਦੀ ਸੋਦਰ ਦੀ ਪੌੜੀ ਨੂੰ ਗੌਰ ਨਾਲ ਦੇਖੋਗੇ ਤਾਂ ਉਹਦੇ ਵਿੱਚ 22 ਫਰਕ ਹੈ। ਤੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ 22 ਫਰਕਾਂ 'ਤੇ ਅਲਰਟ ਰਹਿਣਗੇ। ਜਿਨ੍ਹਾਂ ਨੂੰ ਨਹੀਂ ਪਤਾ ਉਹ ਕਦੇ ਜਪਜੀ ਸਾਹਿਬ 'ਚ ਵੜ ਜਾਣਗੇ, ਕਦੇ ਰਹਿ ਰਸ ਵਿੱਚ ਵੜ ਜਾਣਗੇ, ਰਹਿ ਰਸ ਵੜਦੇ ਜਪਜੀ ਸਾਹਿਬ ਵਿੱਚ ਚਲੇ ਜਾਣਗੇ। ਇਸ ਕਰਕੇ ਸ਼ਾਇਦ ਪਾਤਸ਼ਾਹ ਜੀ ਨੇ ਇਹ ਵੀ ਸਿੱਖ ਨੂੰ ਅਲਰਟ ਕਰਨ ਵਾਸਤੇ ਹੀ ਫਰਕ ਰੱਖਿਆ ਹੈ ਕਿ ਸਿੱਖ ਮੇਰਾ ਸੁਚੇਤ ਹੋ ਕੇ ਪੜ੍ਹੇ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਇਸ ਕਰਕੇ ਜਿਹੜੇ ਲੋਕ ਇਸ ਬਾਣੀ ਨੂੰ ਬੜੇ ਪਿਆਰ ਦੇ ਨਾਲ ਪੜ੍ਹਦੇ ਹਨ ਉਹਨਾਂ ਦੀ ਲੋਕ ਤੇ ਪਰਲੋਕ ਵਿੱਚ ਸੁੱਖ ਮਿਲਦਾ ਹੈ। ਤੇ ਜਿਹੜੇ ਖਿਆਲ ਨਹੀਂ ਕਰਦੇ, ਸ਼ਬਦਾਂ ਨੂੰ ਸੁਧਾਰ ਕੇ ਨਹੀਂ ਪੜ੍ਹਦੇ, ਉਹਨਾਂ ਦੀ ਸਮਝੋ ਗੁਰੂ ਵਿੱਚ ਭਾਵਨਾ ਨਹੀਂ ਹੈਗੀ ਜੀ। ਤੁਕ ਅਕਾਲ ਉਸਤਤ ਕੀ ਗਾਈ, ਪੰਜ ਬਿਦਨ ਸਿੱਖੀ ਸੁਣ ਭਾਈ। ਧੰਨ ਧੰਨ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਅਕਾਲ ਉਸਤਤ ਦੇ ਵਿੱਚੋਂ 2 ਪੰਕਤੀਆਂ ਸੁਣਾਈਆਂ ਤੇ ਉਹਨਾਂ 2 ਪੰਕਤੀਆਂ ਦੇ ਵਿੱਚ ਇਹ ਦੱਸਿਆ ਹੈ ਕਿ ਸਿੱਖੀ 5 ਤਰ੍ਹਾਂ ਦੀ ਹੈ। ਗੈਨ ਮੈਂ ਉੜਤ ਕੇਤੇ ਜਲ ਮੈਂ ਰਹਿਤ ਕੇਤੇ, ਗਿਆਨ ਕੇ ਵਿਹੀਨ ਜਗ ਸਾਰੇ ਮਾਰੇ ਹੀ ਮਰਤ, ਜਾਰੇ ਹੀ ਜਰਤ ਹੈ। ਕਹਿਣ ਲੱਗੇ ਪਾਤਸ਼ਾਹ ਜੀ ਕਿਤਨੇ ਪੰਛੀ ਅਕਾਲ ਵਿੱਚ ਆਕਾਸ਼ ਵਿੱਚ ਉੱਡਦੇ ਹੈ, ਕਿਤਨੇ ਪਾਣੀ ਵਿੱਚ ਰਹਿੰਦੇ ਹਨ। ਗਿਆਨ ਤੋਂ ਬਗੈਰ ਸਾਰੇ ਮਰ ਜਾਂਦੇ ਹਨ। ਮੱਛੀ ਗਿਆਨ ਤੋਂ ਬਗੈਰ ਪੱਥਰ ਚੱਟਣ ਜਾਂਦੀ ਹੈ ਤਾਂ ਜਾਲ ਵਿੱਚ ਫਸ ਜਾਂਦੀ ਹੈ ਅਗਿਆਨਤਾ ਕਰਕੇ। ਜੇ ਗਿਆਨ ਹੋਵੇ ਤੇ ਉਹ ਜਾਲ ਵਿੱਚ ਨਾ ਫਸੇ। ਇਸੇ ਤਰ੍ਹਾਂ ਆਕਾਸ਼ਾਂ ਵਿੱਚ ਉੱਡਣ ਵਾਲੇ ਪੰਛੀ ਵੀ ਚੋਗਾ ਦੇਖ ਕੇ ਡਿੱਗ ਪੈਂਦੇ ਆ ਧਰਤੀ ਤੇ, ਉਹ ਵੀ ਮਰ ਜਾਂਦੇ ਹਨ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਜਿਹੜੇ ਗਿਆਨ ਤੋਂ ਹੀਨ ਮਨੁੱਖ ਹਨ, ਅਗਿਆਨਤਾ ਵਸ, ਉਹ ਵੀ ਇਸੇ ਤਰ੍ਹਾਂ ਮਰ ਜਾਂਦੇ ਹੈ। ਤਬ ਅਕਾਲ ਉਸਤਤ ਕੀ ਤੁਕ ਅਕਾਲ ਉਸਤਤ ਕੀ ਗਾਈ, ਪੰਜ ਬਿਦਨ ਸਿੱਖੀ ਸੁਣ ਭਾਈ। ਸਿੱਖੋ ਸਿੱਖੀ 5 ਤਰ੍ਹਾਂ ਦੀ ਹੈ। ਧੰਦੇ ਕੀ ਇੱਕ ਦੇਖਾ ਦੇਖੀ, ਇਸਦੀ ਤ੍ਰੈ ਸਿਧ ਕੀ ਅਵਰੇਖੀ। ਇੱਕ ਸਿੱਖੀ ਹੈ ਧੰਦੇ ਦੀ, ਬਈ ਆਪਾਂ ਤਨਖਾਹ ਲੈਣੀ ਹੈ, ਆਪਾਂ ਨੂੰ ਕੋਈ ਨਹੀਂ, ਹੋਰ ਤਾਂ ਕੋਈ ਕੰਮ ਮਿਲਿਆ ਨਹੀਂ, ਨੌਕਰੀ ਮਿਲੀ ਨਹੀਂ। ਯਾਰ ਆਪਾਂ ਨੂੰ ਪੰਜਾਬੀ ਆਉਂਦੀ ਹੈ, ਗ੍ਰੰਥੀ ਨਾ ਬਣ ਜਾਈਏ, ਕੋ ਸਤਨਾਮ ਸੀ। ਕਿਰਪਾਨ ਹੀ ਪਾਉਣੀ ਆ, ਇਕੱਲੀ ਕਸ਼ਹਿਰਾ ਪਾਉਣਾ, ਚੰਗੀ ਗੱਲ ਹੈ, ਮੈਂ ਨਹੀਂ ਕਹਿੰਦਾ ਸਿੱਖੀ ਚਾਓ ਜੀ ਆਇਆਂ ਨੂੰ, ਪਰ ਇਸ ਕਰਕੇ ਪਾਉਣੀ ਕਿ ਆਪਾਂ ਪਾਠ ਕਰਿਆ ਕਰਾਂਗੇ ਤੇ ਫਿਰ ਪੈਸੇ ਮਿਲਿਆ ਕਰਨਗੇ। ਪੈਸੇ ਤਾਂ ਮਿਲਣਗੇ ਗੁਰੂ ਘਰ ਦੇ ਵਿੱਚੋਂ, ਪਰ ਸਿੱਖੀ ਦੇ ਨਾਲ ਪਿਆਰ ਵੀ ਹੋਣਾ ਜ਼ਰੂਰੀ ਹੈ। ਕੋ ਸਤਨਾਮ ਸੀ। ਤਾਂ ਪਾਤਸ਼ਾਹ ਜੀ ਕਹਿੰਦੇ ਇੱਕ ਸਿੱਖੀ ਹੈ ਕੇਵਲ ਤੇ ਕੇਵਲ ਧੰਦੇ ਦੀ, ਬਈ ਇਸ ਕਰਕੇ ਸਿੱਖੀ ਨੂੰ ਧਾਰਨ ਕਰਨਾ ਕਿ ਕੋਈ ਹੋਰ ਕੰਮ ਤਾਂ ਮਿਲਿਆ ਨਹੀਂ, ਇਹ ਕੰਮ ਕਰ ਲਈਏ। ਇੱਕ ਹੈ ਦੇਖਾ ਦੇਖੀ ਦੀ, ਇੱਕ ਦੂਜੇ ਨੂੰ ਦੇਖਾ ਦੇਖੀ, ਮੈਂ ਫਲਾਨਾ ਸਿੱਖ ਬਣਿਆ ਫਿਰ ਮੈਂ ਵੀ ਬਣ ਜਾਵਾਂ। ਇੱਕ ਹਿਰਸੀ ਆਸ਼ਾ ਤ੍ਰਿਸ਼ਨਾ ਦੀ ਤੇ ਇੱਕ ਸਿਦਕ ਦੀ ਸਿੱਖੀ ਹੁੰਦੀ ਹੈ। ਪੰਚਮ ਹੈ ਭਾਵ ਕੀ ਭਲੇ, ਪ੍ਰਥਮਾ ਇਮ ਜਿਮ ਭਾਈ ਚੱਲੇ। ਔਰ ਪੰਜਵੀਂ ਜਿਹੜੀ ਸਿੱਖੀ ਹੈ ਉਹ ਭਾਵਨਾ ਦੀ ਹੈ, ਹਿਰਦੇ ਵਿੱਚੋਂ ਗੁਰੂ ਨਾਲ ਪਿਆਰ ਹੋਵੇ, ਭਾਵਨਾ ਹੋਵੇ। ਪਹਿਲਾਂ ਇਸ ਤਰ੍ਹਾਂ ਦੇ ਜਿਵੇਂ ਕਿਸੇ ਨੇ ਵੇਖਿਆ ਕੋਈ ਇੱਕ ਸਿੱਖ ਹੋਇਆ ਹੈ, ਸਭ ਸਵਰੇ ਮੁਝ ਨਿਗਰਾਤ ਹੈ, ਲੈ ਸਿੱਖੀ ਧੰਦੇ ਕੀ ਹੈ। ਔਰ ਦੂਜਿਆਂ ਨੂੰ ਸਿੱਖ ਦੇਖ ਕੇ ਇਹ ਸੋਚਣਾ ਕਿ ਯਾਰ ਲੋਕ ਮੈਨੂੰ ਨਗੁਰਾ ਕਹਿਣਗੇ ਵੀ ਇਹ ਤਾਂ ਸਿੱਖ ਨਹੀਂ ਹੈਗਾ, ਤੇ ਇਸ ਤਰ੍ਹਾਂ ਸਿੱਖੀ ਦਾ ਬਾਣਾ ਪਾ ਕਰਕੇ ਫਿਰ ਵਿਚਰਨਾ, ਇਹਨੂੰ ਧੰਦੇ ਦੀ ਸਿੱਖੀ ਕਹਿੰਦੇ ਹਨ। ਕੋਈ ਇੱਕ ਸਿੱਖ ਬਣਿਓ ਕਹਿ ਦੇਖਾ, ਸਦਨ ਪਦਾਰਥ ਭਲੇ ਵਸੇਖਾ। ਔਰ ਕਿਸੇ ਨੇ ਦੇਖਿਆ ਫਲਾਣੇ ਸਿੱਖ ਦੇ ਘਰੇ ਯਾਰ ਬੜਾ ਪਦਾਰਥ ਹੈ, ਉਹ ਬੜਾ ਅਮੀਰ ਹੋ ਗਿਆ, ਸ਼ਾਇਦ ਸਿੱਖੀ ਕਰਕੇ।
ਕਈਆਂ ਨੇ ਆਸ਼ਾ ਤ੍ਰਿਸ਼ਨਾ ਕਰਕੇ ਵੀ ਸਿੱਖੀ ਧਾਰਨ ਕੀਤੀ। ਸੁਤ ਬਿਤ ਪਾਦ ਤੁਧ ਆਦਰਿਆਦ ਸਰਬ ਪ੍ਰਕਾਰ ਹੇਰੇ ਹਲਾਦ। ਮੈਂ ਵੀ ਸਿੱਖ ਬਣ ਜਾਵਾਂ, ਮੇਰੇ ਘਰ ਪੁੱਤਰ ਦੁੱਧ ਪੁੱਤ ਆਦਿ ਸਾਰੀਆਂ ਵਸਤੂਆਂ ਆ ਜਾਵਣ। ਲੋਭ ਪਦਾਰਥ ਕੋਮਣ ਭਇਓ ਗੁਰ ਕੋ ਸਿੱਖ ਹੋਏ ਸੋ ਗਇਓ। ਪਦਾਰਥਾਂ ਦੇ ਲਾਲਚ ਕਰਕੇ ਸਿੱਖੀ ਨੂੰ ਧਾਰਨ ਕਰ ਲੈਣਾ। ਇਹ ਸਿੱਖੀ ਹੈ ਦੇਖਾ ਦੇਖੀ ਰਹੀ ਪਦਾਰਥ ਚਾਹੇ ਵਸੇਖੀ। ਇਹ ਸਿੱਖੀ ਕੇਵਲ ਤੇ ਕੇਵਲ ਦੇਖਾ ਦੇਖੀ ਦੀ ਹੈ, ਕਿਉਂਕਿ ਇੱਛਾ ਤਾਂ ਪਦਾਰਥਾਂ ਦੀ ਹੈ, ਪਰ ਬਾਹਰੀ ਰੂਪ ਤੇ ਜਿਹੜਾ ਹੈ ਪੰਜ ਕਕਾਰ ਧਾਰਨ ਕਰ ਲਏ ਸਿੱਖੀ ਵਿੱਚ ਪ੍ਰਵੇਸ਼ ਕਰ ਗਿਆ। ਇਹ ਦੇਖਾ ਦੇਖੀ ਦੀ ਸਿੱਖੀ ਹੈ। ਫਲਾਨਾ ਸਿੱਖ ਹੈ, ਮੈਂ ਵੀ ਸਿੱਖ ਬਣ ਜਾਵਾਂ। ਕਈ ਗੁਰੂ ਪਿਆਰੋ ਦੁਕਾਨਦਾਰ ਇਹ ਦੇਖਦੇ ਆ ਕਿ ਇਸ ਏਰੀਏ ਦੇ ਵਿੱਚ ਕਿਹੜੇ ਧਰਮ ਦੇ ਬੰਦੇ ਵਾਲੇ ਨੇ। ਸਾਡੇ ਜਿੱਥੇ ਮੈਂ ਦੁਕਾਨ ਪਾਈ ਆ, ਮੇਰੇ ਇਸ ਏਰੀਏ ਵਿੱਚ ਜਿਹੜੇ ਲੋਕ ਵਸਦੇ ਹੈ ਉਹ ਕਿਹੜੇ ਧਰਮ ਨੂੰ ਐਕਸੈਪਟ ਕਰਦੇ ਆ ਜ਼ਿਆਦਾ, ਕਿਹੜੇ ਧਰਮ ਦੇ ਲੋਕ ਹੈ, ਹਿੰਦੂ ਦੇ, ਸਿੱਖਾਂ ਦੇ, ਜਾਂ ਕਿਹੜੇ ਸਾਧ ਕੋਲੇ ਜਾਂਦੇ ਆ, ਕਿਹੜੇ ਸਾਧ ਦੇ ਚੇਲੇ ਜਾਂਦੇ ਆ ਇਸ ਇਲਾਕੇ 'ਚ। ਉਹ ਫਿਰ ਕੀ ਕਰਦਾ ਹੈ, ਆਪਣੀ ਦੁਕਾਨ ਦੇ ਵਿੱਚ ਉਸ ਤਰ੍ਹਾਂ ਦਾ ਹੀ ਪੂਜਾ ਦਾ ਘਰ ਬਣਾਉਂਦਾ, ਉਹ ਸਾਧ ਦੀਆਂ ਫੋਟੋਆਂ ਲਾ ਲਈਆਂ। ਜਾਂ ਗੁਰੂ ਪਿਆਰਿਓ ਕੋਸ਼ਿਸ਼ ਕਰਦਾ ਕਿ ਇਹਨਾਂ ਸਾਰੇ ਜਿੰਨੇ ਵੀ ਇਹ ਗਾਹਕ ਹੈ ਨਾ ਮੇਰੇ ਕੋਲ ਆ ਜਾਣ, ਇਹ ਵੇਖਣ ਵੀ ਇਹ ਤਾਂ ਆਪਣੇ ਬਾਬੇ ਦਾ ਚੇਲਾ ਹੀ ਲੱਗਦਾ ਹੈ, ਆਪਾਂ ਇਹ ਤੋਂ ਸੌਦਾ ਲਿਆ ਕਰਾਂਗੇ। ਕੋ ਸਤਨਾਮ। ਕਈ ਲੋਕ ਇਸ ਤਰ੍ਹਾਂ ਕਰਦੇ ਆ। ਇਸ ਕਰਕੇ ਸਿੱਖੀ ਦੇਖਾ ਦੇਖੀ ਦੀ ਨਹੀਂ ਹੋਣੀ ਚਾਹੀਦੀ। ਤੀਜੀ ਸਿੱਖੀ ਲੋਭ ਪਦਾਰਥ ਕੋਮਣ ਭਇਓ ਗੁਰ ਕੋ ਸਿੱਖ ਹੋਏ ਸੋ ਗਇਓ। ਕਿਸੇ ਨੇ ਪਦਾਰਥਾਂ ਦੇ ਲਾਲਚ ਕਰਕੇ ਸਿੱਖੀ ਨੂੰ ਧਾਰਨ ਕੀਤਾ ਹੈ, ਪਰ ਭਾਈ ਮੰਝ ਵਰਗੇ ਜਿਨ੍ਹਾਂ ਦੇ ਘਰ ਬੜੀ ਅਮੀਰੀ ਸੀ, ਜਦੋਂ ਭਾਈ ਮੰਝ ਜਿਹੜਾ ਸਰਵਰੀਏ ਪੀਰਾਂ ਦਾ ਚੇਲਾ ਸੀ, ਮੁਸਲਮਾਨਾਂ ਦੀ ਮਨੌਤ ਕਰਦਾ ਸੀਗਾ, ਔਰ ਪਿੰਡ ਦੇ ਵਿੱਚ ਬੜੀ ਇਹਦੀ ਚੜ੍ਹਦੀ ਕਲਾ ਸੀ, ਪਿੰਡ ਦੇ ਲੋਕ ਇਹਨੂੰ ਆਪਣਾ ਮੁਖੀ ਮੰਨਦੇ ਸਨ। ਇਹ ਸਰਵਰੀਏ ਦੇ ਚੇਲਿਆਂ ਨੂੰ ਇਕੱਠੇ ਕਰਕੇ ਉਹਦੇ ਚਾਲੇ ਤੇ ਲੈ ਕੇ ਜਾਂਦਾ ਸੀਗਾ। ਤੇ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚੋਂ ਇਸ ਨੇ ਮਹਿਮਾ ਸੁਣੀ, ਜਦ ਸਿੱਖੀ ਦੀ ਸੱਚ ਦੀ ਧਰਮ ਦੀ ਗੱਲ ਸੁਣੀ ਤੇ ਇਸ ਦਾ ਗੁਰੂ ਸਾਹਿਬ ਦੇ ਸਿੱਖ ਬਣਨ ਨੂੰ ਜੀ ਕਰਿਆ ਆ। ਔਰ ਇਸ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮੈਨੂੰ ਆਪਣਾ ਸਿੱਖ ਬਣਾ ਲਓ। ਪਾਤਸ਼ਾਹ ਕਹਿੰਦੇ ਜਿਹਦਾ ਸਿੱਖ ਤੂੰ ਹੈਗਾ ਉਸੇ ਦਾ ਰਹਿ ਭਾਈ। ਕਹਿੰਦੇ ਨਹੀਂ ਮਹਾਰਾਜ, ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ, ਮੈਨੂੰ ਹੁਣ ਗਿਆਨ ਹੋ ਗਿਆ ਵੀ ਅਸੀਂ ਤਾਂ ਗਲਤ ਜਾ ਰਹੇ ਹਾਂ। ਉਹ ਸਾਡਾ ਧਰਮ ਹੀ ਨਹੀਂ, ਉਹ ਤੁਰਕਾਂ ਦਾ ਧਰਮ ਹੈ, ਮੁਸਲਮਾਨਾਂ ਦਾ ਧਰਮ ਹੈ। ਪਾਤਸ਼ਾਹ ਕਹਿੰਦੇ ਵੇਖ ਲਾ, ਜੇ ਤੂੰ ਮੇਰਾ ਸਿੱਖ ਬਣੇਗਾ ਤੇਰੇ ਘਰੇ ਗਰੀਬੀ ਆ ਜਾਊ, ਕੰਗਾਲੀ ਆ ਜਾਊ। ਇੱਥੇ ਗੁਰੂ ਲਾਲਚ ਨਹੀਂ ਦਿੰਦਾਗਾ ਬਈ ਤੇਰੇ ਘਰੇ ਮੋਟਰਸਾਈਕਲ ਆ ਜਾਊਗਾ, ਗੱਡੀਆਂ ਆ ਜਾਣਗੀਆਂ, ਮੋਟਰਾਂ ਆ ਜਾਣਗੀਆਂ, ਐ ਨਹੀਂ ਕਹਿੰਦਾ। ਗੁਰੂ ਤਾਂ ਫਿਰ ਜੇ ਚੋਟ ਲਾਉਂਦਾ ਘਸੌਟੀ ਤੇ ਪਰਖਦਾ, ਫਿਰ ਸਮਾਰ ਕੇ ਪਰਖਦਾ। ਕਹਿਣ ਲੱਗੇ ਪਾਤਸ਼ਾਹ, ਜੇ ਤੂੰ ਮੇਰਾ ਸਿੱਖ ਬਣ ਗਿਆ, ਆਪਦੇ ਪਿੰਡ ਵਾਸੀਆਂ ਨੂੰ ਛੱਡ ਕੇ ਸਾਰੇ ਪਿੰਡ ਵਾਲੇ ਤੇਰੇ ਐਂਟੀ ਹੋ ਜਾਣਗੇ। ਕਹਿੰਦਾ ਜੀ ਹੋ ਜਾਣ ਦਿਓ, ਲੋਕਾਂ ਨੇ ਤੇਰਾ ਭਾਂਡਾ ਟਾਲ ਦੇਣਾ ਹੈ। ਕਹਿੰਦਾ ਜੀ ਜੋ ਮਰਜ਼ੀ ਹੋਵੇ, ਕਿਉਂਕਿ ਉਹਨੂੰ ਗਿਆਨ ਹੋ ਗਿਆ ਸੀ ਭਾਈ ਮੰਝ ਨੂੰ। ਤੇਰੇ ਘਰ ਦਾ ਸਭ ਕੁਝ ਖਤਮ ਹੋ ਜਾਊਗਾ, ਵਿਕ ਜਾਊਗਾ ਸਾਰਾ ਕੁਝ। ਮਹਾਰਾਜ ਜੋ ਮਰਜ਼ੀ ਹੋਵੇ, ਮੈਨੂੰ ਆਪਣਾ ਸਿੱਖ ਬਣਾ ਲਓ। ਕਹਿੰਦੇ ਮਨਜ਼ੂਰ ਹੈ, ਗਰੀਬੀ ਮਨਜ਼ੂਰ ਹੈ। ਗੁਰਮੁਖ ਦਾ ਗਰੀਬੀ ਆਵੇ, ਕੰਦਲੀ ਗਰੀਬੀ ਨਿਮਰਤਾ ਦੀ ਹੈ। ਇੱਥੇ ਭਾਈ ਮੰਝ ਦੀ ਪਰਖ ਹੋਈ ਤੇ ਇੱਦਾਂ ਦੀ ਵੀ ਗੱਲ ਹੋਈ। ਤੇ ਜਦੋਂ ਭਾਈ ਮੰਝ ਨੂੰ ਫਿਰ ਪਾਤਸ਼ਾਹ ਨੇ ਵਾਰ-ਵਾਰ ਸਮਝਾਇਆ, ਕਹਿੰਦਾ ਨਹੀਂ ਜੀ ਮੈਨੂੰ ਆਪਣਾ ਸਿੱਖ ਬਣਾਓ, ਮੈਂ ਅੱਜ ਤੋਂ ਸਰਵਰੀਏ ਦੀ ਪੂਜਾ ਛੱਡੀ। ਕਹਿੰਦੇ ਜਾ ਫਿਰ। ਪਹਿਲਾਂ ਤਾਂ ਜਿਹੜੀ ਘਰੇ ਮੜੀ ਬਣਾਈ ਹੈ ਨਾ ਸਰਵਰੀਏ ਦੀ, ਖੁੰਡੀਆਂ ਖਾਂਡੀਆਂ ਸੰਗਲ ਜੇ ਢੂਈ 'ਚ ਮਾਰਦੇ ਆ, ਹੋਲੀ ਵਾਲੇ ਦਿਨ ਇਹ ਚੱਕ ਕੇ ਪਿੰਡ ਵਿੱਚ ਘੁੰਮਦੇ ਆ, ਇੱਕ ਝੰਡਾ ਲੈ ਕੇ ਉੱਚਾ ਬਾਂਸ 'ਤੇ ਟੰਗਿਆ ਹੋਇਆ, ਉਹ ਸਰਵਰੀਏ ਦੇ ਚੇਲੇ ਹੁੰਦੇ ਸਾਰੇ। ਇਹ ਸਾਰਾ ਕੁਝ ਚੱਕ ਕੇ ਦਰਿਆ ਵਿੱਚ ਸਿੱਟ ਗਿਆ, ਫਿਰ ਤੂੰ ਮੇਰਾ ਸਿੱਖ ਬਣ ਜੀ। ਭਾਈ ਮੰਝ ਕਹਿੰਦਾ ਜੀ ਠੀਕ ਆ। ਇਹ ਘਰੇ ਗਿਆ, ਕਹੀ ਚੱਕੀ, ਉਹ ਜਿਹੜੀ ਮੜੀ ਜੀ ਘਰੇ ਬਣਾਈ ਸੀ ਖੂੰਜੇ 'ਚੋਂ ਢਾਉਣ ਲੱਗਿਆ। ਘਰ ਦੇ ਬੜਾ ਲੜੇ, ਆਪਣੀਆਂ ਮੱਝਾਂ ਨਹੀਂ ਮਿਲਣੀਆਂ, ਆਪਣੇ ਜਵਾਕ ਬਿਮਾਰ ਹੋ ਜਾਣਗੇ, ਜੇ ਉਹ ਬਹੁਤ ਕੁਛ ਕਿਹਾ। ਉਹ ਕਹਿੰਦਾ ਮੇਰਾ ਇਹ ਕੁਛ ਨਹੀਂ ਲੱਗਦਾ, ਮੇਰਾ ਇਹਦੇ ਨਾਲ ਕੋਈ ਤਲਕ ਨਹੀਂ, ਮੈਂ ਆਪਣੇ ਘਰਚੇ ਨੂੰ ਨਹੀਂ ਰੱਖਣਾ, ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ। ਸਾਰੇ ਪਿੰਡ ਵਾਲੇ ਐਂਟੀ ਹੋ ਗਏ, ਗੁੱਸੇ ਹੋ ਗਏ, ਯਾਰ ਤੂੰ ਸਾਡਾ ਚੌਧਰੀ ਹੈ, ਸਾਡਾ ਮੁਖੀ ਹੈ, ਇਹ ਕਰਦਾ ਕੀ ਹੈ, ਤੇਰਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ? ਕਹਿੰਦਾ ਹੋ ਗਿਆ। ਹੁਣੇ ਮੈਂ ਇਹਨੂੰ ਨਹੀਂ ਮੰਨਦਾਗਾ, ਮੈਂ ਤਾਂ ਇਹਨੂੰ ਛੱਡਤਾ।
मैं तो सारा समान चक के जाता ब्यासा दरिया में सिट के अंमृतसर जाऊँगा, जे उदों पहला पहला मैनू रोकना तो रोक ले। सारे समान की पंड बनी, समान दरिया सिटिया तो गुरु अर्जन देव महाराज सेवक बन गया। फिर किन्नी इसने गरीबी कट्टी, ये भी सतगुर ने घसौटियाँ लाइया। अखीर ते पास होया जो खूह के विचों बाहर कढ़िया, लकड़ा सने डिग पिया सीगा। उस तो पहला घर दे विच इन्नी गरीबी आ गई, पातशाह जी ने एक हुक्मनामा भेज दिता, कहंदे भाई मंझ नूं कहो कि 25 रुपये दर्शनी भेटा दे के ये हुक्मनामा लवे। तो वो सिख ने गुरु प्यारिओ अपनी बच्ची नूं ਜਾਂ घर वाली नूं किसी दे नौकरी ते ला के काम ते ला के एडवांस लैके उस सिख नूं दिता, दर्शनी भेटा हुक्मनामे दी हुक्मनामा ले आए। इस तरह पातशाह जी ने भाई मंझ की प्रीख्या लई। तो इत्थे गुरु प्यारिओ सच नाल जोड़िया जांदा, इत्थे माया नाल नहीं जोड़िया जांदा। कई लोग सिੱਖੀ नूं धारण करते हैं कि फलाना बड़ा अमीर है, शायद मैं भी उदां दा अमीर हो जावांगा। इस नूं ਜਿਹੜਾ है लोह पदार्थां दा करके सिੱਖੀ कहते हैं। यह सिੱਖੀ है देखा देखी, रही पदार्थ चाहे वसखी। जिन्हां दे हिरदे विच पदार्थां दी इच्छा बढ़ जाती है, ये देखा देखी दी सिੱਖੀ है। तो जे गरीबी आनी शुरू हो जाए तो फिर छड्ड के दूजे पास चले जाते हैं, आपां फलाने डेरे चलिया करिए। गुरु प्यारिओ धन गुरु गोबिंद सिंह महाराज समय की गल है, एक सिख के घर में कोई बाल बच्चा ना होया, तो वह गुरसिख अपनी घरवाली नूं लै करके गुरु पातशाह जी के हजूरी आनंदपुर साहब च आया। और आनंदपुर साहब जब आया तो बेनती की, पातशाह कृपा करो पुत्र की दात मिल जाए। तो पातशाह जी ने कोल लखारी रखे सीगे, लखारी बैठा सज्जे पासे, 2 उंगलां कीतियां। लखारी ने रजिस्टर ते लिख लिया भी 2 बच्चियां की दात सतगुरु दे रहे न, पर सिख नूं कहंदे भी सोडे तां भागां 'च लिखिया नहीं हैगा, भाई कहो सतनाम सी। हुण सिखनी ने भी ये गल सुनी ते सिख ने भी सुनी, ते पातशाह जी ने गुप्तो गुप्ती कृपा भी करती, पर उदा कहता भी सोडे भागां 'च है नहीं। ते दर्शन करके वापस पिंड चले गए। हुण बीबियां दी आदत हुंदी आ, कुड़े तुसीं आनंदपुर वाले बाबे कोले गए सी, की बनिया फिर? तो पुछया गवांढण ने आके, वो कहंदी भैणे की दस्सां? उत्थे भी आही जवाब मिल गया कि सोडे तां भागां 'च है नहीं लिखिया होया। को सतनाम, अच्छा कुड़े फिर आए करी तू मेरे नाल चली, आपां लाला वाले मलेरकोटले चलांगे, उत्थों मिल जूगा। को सतनाम सी। वो भोली भाली कमली उहदे मगर लग के जा आई उत्थे। ते साल बाद गुरु प्यारिओ इन्हां दे जोड़े बच्चे हो गए होने सी, गुरु साहब ने कृपा करती सी, पर रखी सी ये गल गुप्त। हुण जब साल बाद कहंदी वो बच्चे हो गए 2 इन्हां दे, हुण वो बीबी रोज़ सिख नूं कहा करे, लै आनंदपुर वाले बाबे दा कहंदी सी तुहाडे भागां 'च है नहीं, आ वेख मैं मलेरकोटले गई सीगी, उत्थों 2 पुੱਤ मिल गए मैनू। वो सिख कहे भी नहीं भलीए मानसे, ये गुरु साहब का कोई कौतक है, वो तो बगैर दूजा देने वाला कोई नहीं हैगा। घर में लड़ाई होने लगी, चलते चलते बच्चे कहते 4-5 साल के हो गए। तो एक दिन सिख कहन लग्या चल भागां वालिए आपां आनंदपुर चले आईए। कई साल हो गए गया नूं गए नहीं, आपां दर्शन करने बच्चों दर्शन करवा लियाईए। कहंदी चलो नाले पुछांगे बाबा जी नूं भी तुसीं कहे सी है नहीं लिखे, तो आ कित्थों आ गए? कहंदे चलो। तो गुरु प्यारो चल पे, तुर के आया करते सीगे, दोने बच्चे नाल है, दोने माँ ते पिता नाल है, चारे जने चलते चलते पहुँच गए। रस्ते विच एक नदी आ गई, शायद ये सरसा ही होवे। गुरु प्यारिओ इस दे नेड़े आके इन्हां रात पै गई, इत्थे इन्हां ने रात कट्टी। और तड़के तुरन तो पहला सिख कहन लगे असीं इशनान कराई है, तू समान संभाल लै। बीबी समान इकट्ठा कर लग पई। सिखो नदी ते इशनान करन वास्ते आ गया नाल बच्चियां नूं लैके। ते पत्तन ते खड़ के जदों तिन्नां ने हथ बन के फतेह बुलाई ते ऐसी छल आई ते दोने बच्चियां नूं रोड़ के ले गई। सिख दा हथ ना पिया, दोने बच्चे रुड़ गए। सिख वापस उहदे कोले आ गया, मुड़ के कहंदी बच्चे, कहंदा उह तां रुड़ गए नदी च नहाउंदे। वो रोण लगी। गुरु प्यारिओ कहन लग्या घबरा ना, कोई नहीं, ये अपने भागा च नहीं सीगे। गुरु साहब ने ताइए क्या होना भी सोडे भागा च है नहीं गे।
ਉਹ ਬੜੀ ਰੋਈ, ਪਰ ਬਰਿਆ ਕੇ ਉਸ ਨੂੰ ਗੁਰੂ ਸਾਹਿਬ ਦੇ ਕੋਲ ਲੈ ਗਿਆ। ਜਦੋਂ ਜਾ ਕੇ ਨਮਸਕਾਰ ਕੀਤੀ, ਪਾਤਸ਼ਾਹ ਜੀ ਦੇ ਉੱਪਰ ਇੱਕ ਦੁਸ਼ਾਲਾ ਲਿਆ ਹੋਇਆ, ਵੱਡੀ ਲੋਈ ਸੁੰਦਰ, ਉਹਦੇ ਵਿੱਚ ਹੀ ਸਤਿਗੁਰਾਂ ਦੀ ਚੌਂਕੜੀ ਹੈ, ਬੁੱਕਲ ਵਿੱਚ ਹੀ ਹੈ, ਉੱਤੋਂ ਦੁਸ਼ਾਲਾ ਲਿਆ ਹੋਇਆ ਹੈ। ਔਰ ਨਿਰਾਸ਼ ਹੈ ਬੀਬੀ, ਸਿੱਖ ਵੀ ਉਦਾਸ ਹੈ। ਪਾਤਸ਼ਾਹ ਕਹਿੰਦੇ ਕੀ ਗੱਲ ਬਈ ਉਦਾਸ ਲੱਗਦੇ ਹੋ? ਮਾਰਾ ਭਾਣਾ ਵਰਤ ਗਿਆ, ਬਸ ਠੀਕ ਹੈ। ਕਹਿੰਦੇ ਤੁਹਾਡੇ 2 ਬੱਚੇ ਨਹੀਂ ਹੋਏ? ਕਹਿੰਦਾ ਜੀ ਬੱਚੇ ਤਾਂ ਹੋਏ ਸੀਗੇ। ਬੱਚੇ ਕਾਹਦੇ ਹੋਏ? ਤੁਸੀਂ ਕਹਿੰਦਾ ਤੁਹਾਡੇ ਭਾਗਾਂ 'ਚ ਲਿਖੇ ਨਹੀਂ। ਅਸੀਂ ਘਰ ਚਲੇ ਗਏ, ਇਹ ਕਮਲੀ ਕਿਸੇ ਬੀਬੀ ਦੇ ਮਗਰ ਲੱਗ ਕੇ ਮਲੇਰਕੋਟਲੇ ਬਾਗੀ, ਮੁੜ ਕੇ ਸਾਡੇ ਘਰੇ ਲੜਾਈ ਰਹਿਣ ਲੱਗ ਪਈ ਵੀ ਗੁਰੂ ਸਾਹਿਬ ਤਾਂ ਕਹਿੰਦੇ ਲਿਖੇ ਨਹੀਂ ਭਾਗਾਂ 'ਚ, ਤੇ ਆਹ 2 ਕਿੱਥੋਂ ਹੋ ਗਏ? ਮੈਨੂੰ ਮਲੇਰਕੋਟਲੇ ਬਾਬੇ ਨੇ ਦਿੱਤੇ ਆ। ਅੱਜ ਅਸੀਂ ਆਉਂਦੇ ਹੀ ਦਰਸ਼ਨ ਕਰਨ ਕਰਕੇ ਮਹਾਰਾਜ, ਤੇ ਉਹ ਨਦੀ ਤੇ ਨਹਾਉਣ ਲੱਗੇ ਤੇ ਉਹ ਬੱਚੇ ਦੋਨੇ ਰੁੜ ਗਏ। ਤੁਹਾਡੇ ਤਾਂ ਬਚਨ ਸੱਤ ਹੈ, ਸਾਡੇ ਭਾਗਾਂ 'ਚ ਹੀ ਹੈ ਨਹੀਂ ਸੀ, ਫਿਰ ਕਿਵੇਂ ਮਿਲਦੇ ਸਾਨੂੰ? ਕੋ ਸਤਨਾਮ ਸ੍ਰੀ। ਪਾਤਸ਼ਾਹ ਕਹਿੰਦੇ ਸਿੱਖਾ ਜੇ ਭਲਾ ਹੁਣ ਦੁਬਾਰੇ ਮਿਲ ਜਾਣ। ਬੀਬੀ ਦੀਆਂ ਅੱਖਾਂ ਚਮਕੀਆਂ, ਜੀ ਦੁਬਾਰੇ? ਕਹਿੰਦੇ ਹਾਂ, ਜੇ 22 ਦਾਵੇ ਤੁਹਾਨੂੰ ਇਹ ਦੋਨੇ ਬੱਚੇ ਮਿਲ ਜਾਣ, ਫਿਰ ਕਿਹਦੇ ਹੋਏ ਦਿੱਤੇ ਹੋਏ? ਫਿਰ ਕਹਿੰਦੇ ਜਿਹੜਾ ਦੇਵੇ ਉਸੇ ਦਿੱਤੇ ਹੋਏ। ਤੇ ਪਾਤਸ਼ਾਹ ਨੇ ਲੋਈ ਚੱਕੀ, ਕਹਿੰਦੇ ਆਹੀ ਸੀ। ਕਹਿੰਦੇ ਮਹਾਰਾਜ ਤੁਹਾਡੇ ਕੋਲੇ ਕਿਵੇਂ ਆ ਗਏ? ਕਹਿੰਦੇ ਮੇਰਿਆਂ ਦੀ ਮੈਨੂੰ ਲਾਜ ਹੈ। ਕਹੋ ਸਤਨਾਮ। ਮੈਂ ਦਿੱਤੇ ਸੀ ਤਾਂ ਮੈਂ ਸੰਭਾਲੇ ਆ, ਅੱਗੋਂ ਜਾ ਕੇ ਨਦੀ 'ਚੋਂ ਫੜ ਕੇ ਲਿਆਂਦੇ ਆ। ਕਹੋ ਸਤਨਾਮ ਸ੍ਰੀ। ਤਾਂ ਫਿਰ ਉਹ ਬੀਬੀ ਨੇ ਹੱਥ ਬੰਨੇ, ਕਹਿੰਦੇ ਇੱਦੋਂ ਮੁੜ ਕੇ ਮੈਂ ਨਹੀਂ। ਕਹਿੰਦੀ ਪਾਤਸ਼ਾਹ ਵਾਕਿਆ ਹੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬਲੀ ਹੈ। ਉਹਦੇ ਦਿੱਤੇ ਹੋਏ ਤਾਂ ਮਰ ਗਏ, ਹੁਣ ਤਾਂ ਤੁਹਾਡੇ ਦਿੱਤੇ ਹੋਏ ਮੈਨੂੰ ਮਿਲੇ ਹਨ। ਕਹੋ ਸਤਨਾਮ ਸ੍ਰੀ। ਤੋ ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜੀ ਸਿੱਖੀ ਹੈ ਉਹ ਹਮੇਸ਼ਾ ਭਾਵਨਾ ਦੀ ਹੋਣੀ ਚਾਹੀਦੀ ਆ। ਸਤਿਗੁਰ ਸ਼ਬਦ ਨਾ ਪਰਚਾ ਪਾਇਓ, ਗੁਰ ਸਰੂਪ ਨਹਿ ਹਿਰਦੈ ਬਸਾਇਓ। ਨਾ ਤਾਂ ਸਤਿਗੁਰ ਦੇ ਸ਼ਬਦਾਂ ਨਾਲ ਮਨ ਜੋੜਦਾ ਮਨੁੱਖ, ਪੰਜ ਕਕਾਰੀ ਹੋ ਜਾਂਦਾ ਹੈ, ਧਾਰਮਿਕ ਚਿੰਨ੍ਹ ਪਹਿਨ ਲੈਂਦਾ ਹੈ, ਪਰ ਹਿਰਦੇ ਕਰਕੇ ਬਾਣੀ ਨਾਲ ਨਹੀਂ ਜੁੜਦਾ। ਸਤਿਗੁਰ ਸ਼ਬਦ ਨਾ ਪਰਚਾ ਪਾਇਓ, ਗੁਰੂ ਸਰੂਪ ਨੇ ਹਿਰਦੇ ਵਸਾਇਓ। ਨਾ ਗੁਰੂ ਦਾ ਧਿਆਨ ਧਰਦਾ ਹੈ। ਤੀਜੀ ਹਿਰਸੀ ਸਿੱਖੀ ਜਾਨੋ, ਬਹੁਤ ਜੋ ਕਰ ਹੈ ਕਰਨ ਸੋ ਠਾਨੋ। ਤੋ ਤੀਜੀ ਸਿੱਖੀ ਹੈ ਹਿਰਸੀ ਦੀ, ਭਾਵ ਜਿਹੜੇ ਬਹੁਤੇ ਲੋਕ ਕਰਦੇ ਐ ਉਹ ਕਰਨਾ। ਸੋਜੀ ਕੁਛ ਨਾ ਆਪ ਕਵਾਈ, ਨਹੀਂ ਸਕਲੇ ਗੁਰਮਤਿ ਪਾਈ। ਇਸ ਕਰਕੇ ਗਿਆਨ ਪ੍ਰਾਪਤ ਨਹੀਂ ਕਰਨਾ, ਸਿੱਖਿਆ ਨਹੀਂ ਲੈਣੀ ਗੀ, ਦੇਖਾ ਦੇਖੀ ਵਾਲੀਆਂ ਗੱਲਾਂ ਕਰਨੀਆਂ ਔਰ ਗੁਰੂ ਨਾਲ ਪਿਆਰ ਨਾ ਕਰਨਾ, ਉਹਨਾਂ ਨੂੰ ਗੁਰਮਤਿ ਪ੍ਰਾਪਤ ਨਹੀਂ ਹੁੰਦੇ ਜੀ। ਰਹਿ ਸੰਗਤ ਮੈਂ ਬੈਠਿਓ ਜਾਏ, ਗੁਰ ਪਾਹਲ ਕੋ ਭੇਦ ਨਾ ਪਾਏ। ਨਾ ਉਹ ਸੰਗਤ ਕਰਦਾ, ਨਾ ਉਹਨੂੰ ਇਹ ਪਤਾ ਕਿ ਜਿਹੜੀ ਇਹ ਮੈਨੂੰ ਗੁਰੂ ਨੇ ਪਹੁਲ ਦਿੱਤੀ ਹੈ। ਪਹਿਲਾਂ ਚਰਨ ਪਹੁਲ ਹੁੰਦੀ ਸੀ, ਹੁਣ ਖੰਡੇ ਦੀ ਪਹੁਲ ਹੈ। ਇਹਨਾਂ ਲੋਕਾਂ ਨੂੰ ਇਸ ਅੰਮ੍ਰਿਤ ਦਾ ਵੀ ਗਿਆਨ ਨਹੀਂ ਕਿ ਇਹ ਕਿੰਨੀ ਕੁ ਪਾਵਰ ਰੱਖਦਾ ਹੈ। ਬਸ ਦੇਖਾ ਦੇਖੀ ਬਹੁਤੇ ਲੋਕ ਪ੍ਰਵੇਸ਼ ਕਰਦੇ ਹਨ। ਚਤੁਰਥ ਸਿੱਖੀ ਸਿਦਕੀ ਹੋਈ, ਗੁਰ ਬਿਨ ਅਪਰਨਾ ਮਨ ਕੋਈ। ਔਰ ਚੌਥੀ ਸਿੱਖੀ ਹੈ ਸਿਦਕ ਦੀ, ਕਿ ਆਪਣੇ ਗੁਰੂ ਤੋਂ ਬਗੈਰ ਹੋਰ ਕਿਤੇ ਵੀ ਨਹੀਂ ਜਾਂਦੇ, ਕਿਸੇ ਨੂੰ ਮੱਥਾ ਨਹੀਂ ਟੇਕਦੇ, ਕਿਸੇ ਨੂੰ ਨਹੀਂ ਮੰਨਦੇ ਜੀ। ਜੀਵਨ ਮਰਨ ਦਿਖੈ ਗੁਰ ਸਰਣੀ, ਤਜੈ ਨਾ ਜਿਮ ਪਰਵਾਹ ਮੈਂ ਕਰਨੀ। ਔਰ ਗੁਰੂ ਦੀ ਸ਼ਰਨ ਨੂੰ ਉਹ ਨਹੀਂ ਤਿਆਗਦੇ, ਚਾਹੇ ਜਿਉਂਦੇ ਰਹਿਣ ਚਾਹੇ ਮਰ ਜਾਣ। ਜਿਵੇਂ ਨਰੀ ਦੇ ਪ੍ਰਵਾਹ ਵਿੱਚ ਕਿੰਨਾ ਵੀ ਝੱਖੜ ਆਵੇ, ਕਿੰਨੀ ਵੀ ਸ਼ਾਂਤੀ ਹੋਵੇ, ਕਿਸ਼ਤੀ ਵਿੱਚ ਬੈਠਾ ਹੋਇਆ ਬੰਦਾ ਕਿਸ਼ਤੀ ਨਹੀਂ ਛੱਡਦਾ। ਇੱਕ ਝੱਖੜ ਆ ਗਿਆ ਫਿਰ ਤਾਂ ਕਿਸ਼ਤੀ ਦੀ ਬਹੁਤੀ ਲੋੜ ਹੈ ਸਗੋਂ। ਤੇ ਜੇ ਗੁਰੂ ਪਿਆਰੋ ਸ਼ਾਂਤ ਹੈ ਤਾਂ ਵੀ ਕਿਸ਼ਤੀ ਦੀ ਲੋੜ ਹੈ। ਜਿਵੇਂ ਕੋਈ ਨਦੀ ਵਿੱਚ ਬੈਠਾ ਹੋਇਆ ਕਿਸ਼ਤੀ ਨਹੀਂ ਛੱਡਣ ਨੂੰ ਤਿਆਰ, ਇਸੇ ਤਰ੍ਹਾਂ ਸਿੱਖ ਜੀਵਨ ਦੇ ਇਸ ਪ੍ਰਵਾਹ ਵਿੱਚ ਗੁਰੂ ਦੀ ਸ਼ਰਨ ਨੂੰ ਨਹੀਂ ਛੱਡਦਾ ਜੀ। ਸਿਰ ਜਾਣੇ ਲਗ ਸਦਾ ਨਿਭਾਹੈ, ਤਨ ਮਿਥਿਆ ਲਖ ਕਰ ਮਗ ਚਾਹੈ। ਇਸ ਤਰ੍ਹਾਂ ਸਿਰ ਜਾਣ ਤੱਕ ਸਿੱਖੀ ਨੂੰ ਨਿਭਾਉਂਦਾ ਹੈ। ਜਿਵੇਂ ਪਾਤਸ਼ਾਹ ਦੇ ਬਚਨ ਆਪਾਂ ਗਾਇਆ ਕਰਦੇ ਹਾਂ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ। ਉਹ ਹੈ ਸਿਦਕ ਦੀ ਸਿੱਖੀ, ਸਿਰ ਜਲਿਆ ਜਾਵੇ ਪਰ ਸਿੱਖੀ ਨਹੀਂ ਛੱਡਦੇ। ਜਿਵੇਂ ਭਾਈ ਤਾਰੂ ਸਿੰਘ ਵਰਗੇ ਅਨੇਕਾਂ ਹੀ ਸ਼ਹੀਦ ਸਿੰਘਾਂ ਦੀਆਂ ਗੁਰੂ ਪਿਆਰੇ ਉਦਾਹਰਨਾਂ ਸਾਡੇ ਕੋਲ ਹਨ,
ਜਿਨ੍ਹਾਂ ਨੇ ਜਾਨਾਂ ਦੇ ਦਿੱਤੀਆਂ ਪਰ ਗੁਰੂ ਨੂੰ ਨਹੀਂ ਛੱਡਿਆ ਜੀ। ਸਿੱਖੀ ਸੱਚ ਪ੍ਰਾਪਤ ਕੀ ਕਰਤਾ, ਏਮ ਪ੍ਰਾਨਣ ਬਿਸਿਆਨ ਲਗ ਧਰਤਾ। ਇਸ ਤਰ੍ਹਾਂ ਉਹਨਾਂ ਨੂੰ ਅਸਲੀ ਸਿੱਖੀ ਪ੍ਰਾਪਤ ਹੁੰਦੀ ਹੈ ਜਿਹੜੇ ਪ੍ਰਾਨਾਂ ਦੇ ਨਿਕਲਣ ਦੇ ਨਾਲ ਵੀ ਸਿੱਖੀ ਨੂੰ ਰੱਖਦੇ ਹਨ। ਜਿਵੇਂ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਗੁਰੂ ਪਿਆਰਿਓ ਸ਼ਿਕਾਇਤਾਂ ਲਾਈਆਂ ਕਿਸੇ ਨੇ ਕਿ ਜਿਹੜਾ ਤਾਰੂ ਸਿੰਘ ਹੈ ਨਾ ਉਹ ਜੰਗਲਾਂ ਦੇ ਵਿੱਚ ਲੰਗਰ ਚਲਾਉਂਦਾ ਤੇ ਜੰਗਲਾਂ ਵਿੱਚ ਰਹਿਣ ਵਾਲੇ ਸਿੰਘਾਂ ਨੂੰ ਜੰਗਲ ਪ੍ਰਸ਼ਾਦਾ ਛਕਾਉਂਦਾ ਹੈ, ਤੇ ਗੁਰੂ ਪਿਆਰਿਓ ਮੌਕੇ ਦੀ ਜ਼ਾਲਮ ਸਰਕਾਰ ਨੇ ਫੜ ਲਿਆ। ਤੇ ਹੁਣ ਸਿੰਘ ਹਮੇਸ਼ਾ ਗਾਉਂਦਾ ਮੇਰਾ ਸਿੱਖੀ ਸਿਦਕ ਨਾ ਜਾਵੇ। ਤੇ ਗੁਰੂ ਪਿਆਰਿਓ ਮੌਕੇ ਦੀ ਸਰਕਾਰ ਨੇ ਉਸ ਸੂਬੇਦਾਰ ਨੇ ਭਾਈ ਸਾਹਿਬ ਜੀ ਨੂੰ ਸਿੱਖੀ ਤੋਂ ਖਾਰਜ ਕਰਨ ਵਾਸਤੇ ਕਹਿਣ ਲੱਗਿਆ ਪਹਿਲਾਂ ਤੇਰੀ ਸਿੱਖੀ ਖਤਮ ਕਰਦਾ ਮੈਂ, ਇਹਦੇ ਕੇਸ ਕੱਟੋ। ਪਰ ਐਸੀ ਘਟਨਾ ਉੱਥੇ ਘਟੀ, ਸਿੱਖ ਨੇ ਅਰਦਾਸ ਕਰਤੀ ਪਾਤਸ਼ਾਹ ਕੇਸ ਨਾ ਕੱਟੇ ਜਾਣ, ਧੌਣ ਭਾਵੇਂ ਵੱਢੀ ਜਾਵੇ ਇੰਨੀ ਕਿਰਪਾ ਕਰ ਦਿਓ। ਤੇ ਉੱਥੇ ਫਿਰ ਗੁਰੂ ਜਾਣੇ ਕੀ ਕੌਤਕ ਵਰਤਿਆ। ਭਾਈ ਸਾਹਿਬ ਦੇ ਕੇਸਾਂ ਨੂੰ ਕੋਈ ਨਾਈ ਕੱਟ ਨਹੀਂ ਸਕਿਆ, ਕੋਈ ਜਲਾਦ ਕੱਟ ਨਹੀਂ ਸਕਿਆ। ਸਾਰੇ ਪਿੱਛੇ ਹਟ ਜਾਂਦੇ, ਨੇੜੇ ਜਦ ਆਉਂਦੇ ਕੋਈ ਡਰ ਲੱਗਦਾ ਉਹਨਾਂ ਨੂੰ ਕੀ ਹੁੰਦਾ, ਉਹ ਨੇੜੇ ਨਹੀਂ ਲੱਗ ਸਕੇ, ਕੇਸਾਂ ਦੇ ਨੇੜੇ ਕੈਂਚੀ ਨਹੀਂ ਲਾ ਸਕੇ। ਅਖੀਰ ਗੁਰੂ ਪਿਆਰਿਓ ਸੂਬੇਦਾਰ ਕਹਿਣ ਲੱਗਿਆ ਜੇ ਕੇਸ ਨਹੀਂ ਕੱਟੇ ਜਾਂਦੇ ਖੋਪੜੀ ਲਾ ਦਿਓ ਇਹਦੀ ਰੰਬੀ ਦੇ ਨਾਲ। ਤੇ ਭਾਈ ਸਾਹਿਬ ਜੀ ਨੇ ਅਰਦਾਸਾ ਕੀਤਾ ਹੋਇਆ, ਸ਼ੁਕਰੀਆ ਕੀਤਾ, ਠੀਕ ਆ ਮਹਾਰਾਜ ਇੱਥੋਂ ਵੱਢਿਆ ਜਾਵੇ, ਇੱਥੋਂ ਵੱਢਿਆ ਜਾਵੇ, ਇੱਥੋਂ ਵੱਢਿਆ ਜਾਵੇ, ਵੱਢਿਆ ਜਾਵੇ, ਪਰ ਮੇਰੇ ਕੇਸ ਜਿਹੜੇ ਆ ਸਿੱਖੀ ਰਹਿ ਗਏ ਹਨ, ਕੇਸ ਖੋਪੜੀ ਤੇ ਮੇਰੇ ਕੇਸ ਕੱਟੇ ਨਹੀਂ ਗਏ ਮਰਨ ਤੋਂ ਪਹਿਲਾਂ, ਇਸ ਕਰਕੇ ਮੇਰਾ ਧੰਨਵਾਦ ਹੈ। ਤੇ ਉਸ ਤੋਂ ਬਾਅਦ ਗੁਰੂ ਪਿਆਰਿਓ ਭਾਈ ਸਾਹਿਬ ਜੀ ਨੇ 22 ਸਾਲ ਉਸੇ ਤਰ੍ਹਾਂ ਚੌਂਕਾ ਮਾਰ ਕੇ ਬੈਠੇ ਰਹਿਣਾ। 22 ਦਿਨ ਭਾਈ ਸਾਹਿਬ ਜੀ 22 ਦਿਨ ਲਗਾਤਾਰ ਚੌਕੜੀ ਮਾਰ ਕੇ ਬੈਠੇ ਰਹੇ। ਇਹਨਾਂ 22 ਦਿਨਾਂ ਦੇ ਦੌਰਾਨ ਉਹ ਸੂਬੇਦਾਰ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਪੇਟ ਫੁੱਲ ਗਿਆ, ਬੜਾ ਦੁਖੀ ਹੁੰਦਾ, ਤੜਫਦਾ। ਸਿਆਣੇ ਬੰਦੇ ਕਹਿਣ ਲੱਗੇ ਤੂੰ ਬਿਨਾਂ ਗੱਲ ਤੋਂ ਸਿੱਖ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਸਜ਼ਾ ਦਿੱਤੀ ਆ, ਦੁੱਖ ਦਿੱਤਾ ਹੈ, ਹੁਣ ਤੈਨੂੰ ਭੋਗਣਾ ਪੈਣਾ, ਜਾ ਤੋਂ ਮਾਫੀ ਮੰਗ ਲਾ। ਉਹ ਮਾਫੀ ਮੰਗਣ ਵਾਸਤੇ ਬੰਦੇ ਭੇਜਦਾ ਤੇ ਉਹ ਆ ਕੇ ਤਾਰਾ ਸਿੰਘ ਨੂੰ ਦੱਸਦੇ, ਭਾਈ ਤਾਰ ਚੰਦ ਦੱਸਦੇ ਆ ਵੀ ਆਹ ਗੱਲ ਹੈ ਤੂੰ ਮਾਫ ਕਰ ਦਿਓ। ਕਹਿੰਦੇ ਹੁਣ ਮਾਫ ਕਰੂਗੀ ਮੇਰੀ ਜੁੱਤੀ, ਆ ਜੁੱਤੀ ਮਾਰੋ ਉਹਦੇ ਸਿਰ 'ਚ। ਉਹ ਕਹਿੰਦੇ ਜੀ ਇੱਦਾਂ ਕਹਿੰਦਾ, ਕਹਿੰਦੇ ਲਿਆਓ ਖਬਰ ਆ ਜੁੱਤੀ ਨਾਲ ਹੀ ਠੀਕ ਹੋ ਜਾਵੇ। ਉਹਦੀ ਜੁੱਤੀ ਉਹਦੇ ਸਿਰ ਵਿੱਚ ਮਾਰੀ ਜਾਣ ਲੱਗੀ ਤਾਂ ਜੁੱਤੀ ਵੱਜਦੀ ਆ, ਥੋੜ੍ਹਾ ਜਿਹਾ ਪਿਸ਼ਾਬ ਆਉਂਦਾ, ਫਿਰ ਬੰਦ ਹੋ ਜਾਂਦਾ ਹੈ। ਗੱਲ ਮੁਕਾਓ ਕਿ 22 ਦਿਨ ਭਾਈ ਸਾਹਿਬ ਜੀ ਦੀਆਂ ਜੁੱਤੀਆਂ ਇਹਦੇ ਸਿਰ ਵਿੱਚ ਪੈਂਦੀਆਂ ਰਹੀਆਂ, ਇਹਦੀ ਖੋਪੜੀ ਫੁੱਟ ਗਈ। ਪਹਿਲਾਂ ਉਹ ਮਰਿਆ ਤੇ ਫਿਰ ਭਾਈ ਸਾਹਿਬ ਜੀ ਨੇ ਸਰੀਰ ਛੱਡਿਆ। ਉਹ ਬਚਨ ਪੂਰਾ ਕੀਤਾ, ਦੁਸ਼ਟਾ ਕਰ ਲੈ ਜੋ ਕਰਨਾ, ਤੈਨੂੰ ਜੁੱਤੀ ਮੂਹਰੇ ਲਾ ਕੇ ਲਿਜਾਊਂਗਾ। ਤੇ ਇਹ ਬਚਨ ਵੀ ਭਾਈ ਤਾਰੂ ਸਿੰਘ ਜੀ ਦਾ ਪੂਰਾ ਹੋਇਆ। ਗੁਰੂ ਪਿਆਰਿਓ ਤੋਂ ਕਹਿਣ ਤੋਂ ਭਾਵ ਹੈ ਇਹ ਹੈ ਸਿੱਖੀ ਸਿਦਕ ਦੀ, ਕਿ ਮੇਰਾ ਜਿਹੜਾ ਹੈ ਸਿੱਖੀ ਸਿਦਕ ਨਾ ਜਾਵੇ ਮਹਾਰਾਜ। ਇਸ ਤਰ੍ਹਾਂ ਦੀ ਸਿੱਖੀ ਹੋਣੀ ਚਾਹੀਏ, ਪ੍ਰਾਣਾ ਤੋਂ ਪਿਆਰੀ। ਸਿੱਖੀ ਸੱਚ ਪ੍ਰਾਪਤ ਕੀ ਕਰਤਾ, ਏਮ ਪ੍ਰਾਨਣ ਬਿਨਸਨ ਲਗ ਧਰਤਾ। ਇਹ ਹੈ ਸੱਚ ਦੀ ਸਿੱਖੀ ਜਿਹੜੀ ਪ੍ਰਾਣਾ ਦੇ ਜਾਣ ਤੋਂ ਬਾਅਦ ਵੀ ਸਿੱਖੀ ਦੇ ਵਿੱਚ ਰਵੇ। ਵਿਗਨ ਅਨੇਕ ਕਸ਼ਟ ਮੈਂ ਸਾਰੇ, ਗਾਢ ਸਿਦਕ ਨਹੀਂ ਨਿਰਵਾਰੇ। ਜ਼ਿੰਦਗੀ ਦੇ ਵਿੱਚ ਅਨੇਕਾਂ ਵਿਘਨ ਦੁੱਖ ਆਉਣ ਗਾੜੇ, ਪਰ ਆਪਣਾ ਸਿਦਕ ਨਾ ਛੱਡੇ ਜੀ। ਫਲ ਮੈਂ ਸਿਰ ਦੇ ਸਿਦਕ ਨਾ ਖੋਵੈ, ਸੋ ਸੁਖ ਮੇਰੋ ਪੂਰਨ ਹੋਵੈ। ਆਪਣੀ ਸਿੱਖੀ ਨਾ ਛੱਡੇ, ਸਿਰ ਭਾਵੇਂ ਲੱਗ ਜਾਵੇ। ਬਹੁਤ ਸਾਰੀਆਂ ਉਦਾਹਰਨਾਂ ਜੋ ਚਰਖੜੀਆਂ ਤੇ ਚੜੇ ਦੋ ਪਿਓ ਪੁੱਤਰ, ਉਹਨਾਂ ਨੇ ਵੀ ਆਪਣੀ ਸਿੱਖੀ ਰੱਖਣ ਵਾਸਤੇ ਹੀ ਚਰਖੜੀ ਦੀ ਜਿਹੜੀ ਮੌਤ ਸੀ ਉਹ ਪ੍ਰਵਾਨ ਕੀਤੀ ਸੀ। ਪੰਚਮ ਸਿੱਖੀ ਭਾਵ ਉਪਾਈ, ਲੱਖ ਗੁਰ ਮਹਿਮਾ ਪਰ ਸਰਨਾਈ। ਔਰ ਪੰਜਵੀਂ ਸਿੱਖੀ ਹੈ ਜਿਹੜੀ ਭਾਵਨਾ ਦੀ, ਗੁਰੂ ਦੀ ਮਹਿਮਾ ਨੂੰ ਜਾਣ ਕੇ ਹਮੇਸ਼ਾ ਉਹਨਾਂ ਦੀ ਸ਼ਰਨ ਵਿੱਚ ਰਹਿਣਾ ਜੀ। ਇਸ ਦਿਨ ਗੁਰ ਮੂਰਤ ਉਰ ਧਾਰੀ, ਕਰੈ ਭਾਵ ਸਭ ਸਿੱਖ ਮਝਾਰੀ। ਦਿਨ ਰਾਤ ਗੁਰੂ ਦੇ ਸਰੂਪ ਨੂੰ ਹਿਰਦੇ ਵਿੱਚ ਵਸਾ ਕੇ ਰੱਖਣਾ ਅਤੇ ਗੁਰੂ ਪਿਆਰਿਓ ਗੁਰੂ ਦੇ ਵਿੱਚ ਭਾਵਨਾ ਰੱਖਣੀ ਹੈ।
ਕਹੇ ਜਥਾ ਕਰਮ ਫਲ ਦੀਰਘ ਲਹੇ। ਇਹ 5 ਤਰ੍ਹਾਂ ਦੇ ਸਿੱਖ ਹੈ ਭਾਈ। ਜਿਹੋ ਜੀ ਕੋਈ ਸਿੱਖੀ ਧਾਰਨ ਕਰੇਗਾ ਉਹ ਜਿਹਾ ਕਰਮਾਂ ਦਾ ਫਲ ਵੱਡਾ ਜਾਂ ਛੋਟਾ ਪ੍ਰਾਪਤ ਕਰਦਾ ਹੈ। ਹਲਤ ਪਲਤ ਮੈਂ ਬਣੋ ਸਹਾਈ ਜਮ ਸੰਕਟ ਤੇ ਲਿਓ ਛੁਟਾਈ। ਜਿਹੜਾ ਸਿਦਕ ਦੀ ਸਿੱਖੀ ਭਾਵਨਾ ਦੀ ਸਿੱਖੀ ਰੱਖਦਾ ਹੈ, ਮੈਂ ਉਹਦੀ ਹਲਤ ਪਲਤ ਦੋਹਾਂ ਜਹਾਨਾਂ ਵਿੱਚ ਮਦਦ ਕਰਦਾ ਹਾਂ, ਜਮਾਂ ਤੋਂ ਵੀ ਛੁਡਾ ਲੈਂਦਾ ਹਾਂ ਦੋਹਰਾ। ਸਤਿਗੁਰ ਪੂਰਨ ਜਿਨ ਹੋ ਕੇ ਪੂਰੀ ਤਿਨ ਕੀ ਆਸ ਨਾਨਕ ਜਪੀਐ ਨਾਮ ਨਿਤ ਸਿਮਰੋ ਸਾਸ ਵਿਰਾਸ। ਇਸ ਕਰਕੇ ਸਿੱਖੋ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਸ਼ਰਨ ਮਿਲ ਗਈ ਆ, ਭਾਵ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਜਿਹੜੇ ਆ ਗਏ ਹਨ, ਉਹ ਪੂਰੀ ਆਸ ਆਪਣੇ ਗੁਰੂ ਤੇ ਰੱਖੋ ਤੇ ਸਾਸ ਗਰਾਸ ਉਸ ਨੂੰ ਯਾਦ ਰੱਖੋ ਜੀ। ਬਣੀਐ ਸਤ ਨਾਮ ਅਨੁਰਾਗੀ ਕਾਮ ਕ੍ਰੋਧ ਮਦ ਮਨ ਤਿਆਗੀ। ਹਮੇਸ਼ਾ ਪਰਮੇਸ਼ਰ ਦੇ ਨਾਮ ਦੇ ਨਾਲ ਅਨੁਰਾਗ ਹੁੰਦਾ, ਪਿਆਰ ਕਰੋ, ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰੋ, ਵਿਕਾਰਾਂ ਦੇ ਨਸ਼ੇ ਨੂੰ ਤਿਆਗ ਕਰਕੇ। ਰਾਖ ਸਥਿਰ ਸਤ ਗੁਰੂ ਭਰੋਸਾ ਧਰ ਸੰਤੋਖ ਸਿੰਘ ਸਾਤ ਸੰਤੋਸਾ। ਗੁਰੂ ਤੇ ਭਰੋਸਾ ਰੱਖ ਕੇ ਸੰਤੋਖ ਸਿੰਘ ਕਵੀ ਆਪਣੇ ਆਪ ਨੂੰ ਵੀ ਕਹਿੰਦਾ, ਸਿੱਖਾ ਤੂੰ ਸੰਤੋਖ ਰੱਖ ਤੇ ਗੁਰੂ ਤੇ ਭਰੋਸਾ ਰੱਖ ਦੋਹਰਾ। ਸਿੱਖੀ ਪੰਜ ਪ੍ਰਕਾਰ ਕੀ ਸੁਣ ਪਾਹੁਲ ਬਖਸ਼ੀਸ਼ ਸਿੱਖ ਸਿਧ ਕੀ ਕਰ ਜੋਰ ਕੈ ਧਰ ਪਗ ਪੰਕਜ ਸੀਸ। ਤਾਂ ਤੇ ਸਿੱਖੋ ਇਹ 5 ਤਰ੍ਹਾਂ ਦੀ ਸਿੱਖੀ, ਔਰ ਇਹ 5 ਤਰ੍ਹਾਂ ਦੀ ਸਿੱਖੀ ਕਮਾਉਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਗੁਰੂ ਕੀ ਪਹੁਲ ਪ੍ਰਾਪਤ ਕਰਨੀ ਬੜੀ ਜ਼ਰੂਰੀ ਹੈ। ਪਹਿਲਾਂ ਚਰਨ ਕਮਲ ਦੀ ਪਹੁਲ ਹੁੰਦੀ ਸੀ ਔਰ ਹੁਣ ਖੰਡੇ ਬਾਟੇ ਕੀ ਪਹੁਲ ਹੈ। ਇਸ ਤਰ੍ਹਾਂ 5 ਤਰ੍ਹਾਂ ਦੀ ਸਿੱਖੀ ਤੇ ਬਾਅਦ ਫਿਰ ਅਮਰ ਦੀ ਬਖਸ਼ਿਸ਼ ਹੋਈ ਤੇ ਸਿੱਧਕੀ ਸਿੱਖਾਂ ਨੇ ਹੱਥ ਜੋੜ ਕੇ ਚਰਨਾਂ ਵਿੱਚ ਸੀਸ ਧਰ ਕੇ ਇਹ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਪੂਜਤ ਭਏ ਸਰਬ ਕਰ ਪੰਗਤ ਗੁਰ ਪਾਤਸ਼ਾਹੋ ਆਪ ਕੀ ਸੰਗਤ। ਹੁਣ ਸਿੱਖਾਂ ਨੇ ਇੱਕ ਹੋਰ ਬੇਨਤੀ ਕੀਤੀ ਹੈ, ਮਹਾਰਾਜ ਇਹ ਸਾਰੀ ਸੰਗਤ ਤੁਹਾਡੇ ਮੁਖ ਤੋਂ ਸੁਣਨਾ ਚਾਹੁੰਦੀ ਹੈ। ਅਬਲਾਖਤ ਸਗਰੇ ਮਾਨ ਜਨ ਹੈ ਸ਼ਰਵਣ ਕਰਨ ਕੋ ਤੁਮਰੇ ਅਨ ਹੈ। ਔਰ ਸਾਰੀ ਅਸੀਂ ਇੱਛਾ ਰੱਖਦੇ ਹਾਂ, ਅਭਿਲਾਸ਼ਾ ਰੱਖਦੇ ਹਾਂ ਤੁਹਾਡੇ ਮੁਖ ਤੋਂ ਬਚਨ ਸੁਣਨੇ ਹਨ। ਕਾਹਦੇ? ਪਾਹੁਲ ਕੇ ਗੁਣ ਭੇਦ ਬਖਾਨੋ ਜਿਮ ਰਾਵਰ ਕੇ ਕੀਨ ਮਹਾਨੋ। ਇਹ ਪਾਹੁਲ ਦੇ ਭਾਵ ਖੰਡੇ ਬਾਟੇ ਦੀ ਅਮਰ ਦੀ ਦਾਤ ਜਿਹੜੀ ਦਿੱਤੀ ਹੈ ਸਾਨੂੰ, ਤੁਸੀਂ ਇਹਦੀ ਮਹਿਮਾ ਦੱਸਣਾ ਕਰੋ। ਭਾਵ ਸਹਿਤ ਕਰਗੀ ਧਰ ਸੁਣਿਓ ਕਰ ਬਖਿਆਤ ਭੇਦ ਸਭ ਭਣਿਓ। ਸਤਿਗੁਰੂ ਪਾਤਸ਼ਾਹ ਜੀ ਸਿੱਖਾਂ ਦੀ ਇਹ ਬੇਨਤੀ ਸੁਣ ਕੇ ਫਿਰ ਪਾਹੁਲ ਦੇ ਉੱਤੇ ਜੋ ਨਿਰਣਾ ਕਰਦੇ ਆ, ਜੋ ਮਹਿਮਾ ਦੱਸਦੇ ਆ ਖੰਡੇ ਬਾਟੇ ਦੀ ਪਾਹੁਲ, ਉਸ ਤੋਂ ਪਹਿਲਾਂ ਹੁੰਦੀ ਸੀ ਚਰਨ ਪਾਹੁਲ, ਸੱਜੇ ਪੈਰ ਦਾ ਅੰਗੂਠਾ ਧੋਣਾ ਤੇ ਉਹ ਜਲ ਸਿੱਖਾਂ ਨੂੰ ਛਕਾ ਕੇ ਕਿਰਪਾ ਕਰਨੀ। ਹੁਣ ਖੰਡੇ ਬਾਟੇ ਦੀ ਪਾਹੁਲ ਹੈ, ਇਹਦੇ ਬਾਰੇ ਪਾਤਸ਼ਾਹ ਸਾਨੂੰ ਦੱਸਣਾ ਕਰੋ। ਸਤਿਗੁਰੂ ਪਾਤਸ਼ਾਹ ਫਿਰ ਕਿਵੇਂ ਦੱਸਦੇ ਆ, ਇਹ ਵਿਚਾਰਾਂ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व में भंजन गुणतास, हे संगी हे निरंकार, हे निर्गुण सब एक, हे गोविंद हे गुण निधान, जाके सदा विवेक, हे अपरंपर हर हरे है पियोवन हार, हे संत कै सदा संग, हे ठाकुर हों दासरो मैं निर्गुण गुण नहीं, नानक दीजै नाम दान, आए प्रभु
शरणागति कृपा निध दयाल एक अखर हर मन बसत नानक होत निहाल एक ओंकार सतगुरु ते प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਜੀ ਸਰਵਣ ਕੀਤਾ ਉਹ ਕੀਰਤਨ ਸਰਵਣ ਕਰੀਏ ਜੀ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।